मैं यही कहना चाहूँ भी ਜਿਹੜਾ ਸਿੱਖਿਆ ਸਕੱਤਰ ਹੈ ਇਹ ਕਹਿੰਦਾ ਜੀ ਮੈਂ ਤਾਂ ਵੀ ਕੁਝ ਨਹੀਂ ਕਰਨਾ। ਕਿਉਂ ਨਹੀਂ ਕਰਨਾ ਹੈਗਾ? ਇਹਨੂੰ ਕੋ ਵੀ ਸਾਡੇ ਵਿੱਚ ਆ ਕੇ ਇੱਥੇ ਬਹਿ ਕੇ ਸਾਡੇ ਵਾਂਗੂ 6000 ਦੇ ਵਿੱਚ ਘਰ ਚਲਾ ਕੇ ਦਿਖਾ ਦੇਵੇ। ਕੈਪਟਨ ਤਾਂ ਭੁੱਲ ਹੀ ਜਾਵੇ ਜੀ, ਉਹ ਹੁਣ ਸੱਤਾ ਚਾਹੂਗਾ, ਉਹ ਤਾਂ ਕਦੇ ਆ ਹੀ ਨਹੀਂ ਸਕਦਾ। ਹੁਣ ਜਦੋਂ ਵੀ ਇਹਨਾਂ ਦੇ ਘਰਾਂ 'ਚ ਜਾਣਗੇ ਨਾ ਵੋਟਾਂ ਮੰਗਣ ਲਈ, ਕਹਿਣਗੇ ਨਾ ਵੀ ਅਸੀਂ ਕਾਂਗਰਸ ਪਾਰਟੀ ਦੇ ਵਿਧਾਇਕ ਆ, ਵੀ ਇਹਨਾਂ ਨੂੰ ਛਿੱਤਰ ਮਾਰ ਮਾਰ ਕੇ ਇਹਨਾਂ ਨੂੰ ਘਰਾਂ 'ਚੋਂ ਕੱਢਣਗੇ। ਕੱਚੇ ਅਧਿਆਪਕਾਂ ਵੱਲੋਂ ਅੱਜ 22ਵਾਂ ਦਿਨ ਹੈ ਜਿਹੜਾ ਧਰਨਾ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਤੇ ਕੱਲ ਜਿਹੜਾ ਰੋਸ ਮਾਰਚ ਕੱਢਿਆ ਗਿਆ ਸੀ ਇੱਥੋਂ ਚੰਡੀਗੜ੍ਹ ਬਾਰਡਰ ਵੱਲ ਕੈਪਟਨ ਦੀ ਕੋਠੀ ਘੇਰਨ ਦਾ ਜੋ ਇਹਨਾਂ ਨੇ ਪ੍ਰੋਗਰਾਮ ਲਿਖਿਆ ਸੀ, ਉਹਦੇ ਵਿੱਚ ਵੀ ਲਾਠੀ ਚਾਰਜ ਜਿਹੜਾ ਹੈਗਾ ਉਹਨਾਂ ਵੱਲੋਂ ਧੱਕੇਸ਼ਾਹੀ ਜਿਹੜੀ ਹੈਗੀ ਖਿੱਚ ਤੋਂ ਕੀਤੀ ਗਈ ਹੈ। ਤੇ ਬਕਾਇਦਾ ਤੋਂ ਜਿਹੜੀ ਕੱਲ ਤੁਸੀਂ ਤਸਵੀਰਾਂ ਵੀ ਦੇਖੀਆਂ ਦਾ ਖਾਲਸ ਟੀਵੀ ਤੇ ਕਿ ਉਹਨਾਂ ਵੱਲੋਂ ਜਿਹੜੀਆਂ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤੇ ਬਕਾਇਦਾ ਤੌਰ ਤੇ ਉਹਨਾਂ ਨੇ ਜਿਹੜੇ ਅਥਰੂ ਗੈਸ ਦੇ ਗੋਲੇ ਸੁੱਟੇ ਹੈ, ਖਿੱਚ ਤੋਂ ਹੋਈ ਹੈ। ਜਿਹੜੀਆਂ ਮਹਿਲਾ ਕਰਮਚਾਰੀਆਂ ਵੱਲੋਂ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਜਿਹੜੇ ਕੱਚੇ ਅਧਿਆਪਕ ਸੀ ਉਹਨਾਂ ਦੇ ਨਾਲ ਧੱਕੇਸ਼ਾਹੀ, ਬਹੁਤ ਸਾਰੇ ਜਿਹੜੇ ਹੈਗੇ ਇੰਜਰਡ ਵੀ ਹੋਏ ਨੇ ਉਸੇ ਧਰਨ ਦੇ ਵਿੱਚ। ਅੱਜ ਵੀ ਇੱਕ ਜਿਹੜਾ ਦਾ ਖਾਸ ਪ੍ਰੋਗਰਾਮ ਲਿਖਿਆ ਗਿਆ। ਅੱਜ ਅਸੀਂ ਇੱਥੇ ਮੋਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਧਰਨਾ ਲੱਗ ਰਿਹਾ, ਉੱਥੇ ਅਸੀਂ ਮੌਜੂਦ ਹੈਗੇ ਹਾਂ ਤੇ ਸਾਡੇ ਨਾਲ ਕੁਝ ਅਧਿਆਪਕ ਜਥੇਬੰਦੀਆਂ ਦੇ ਲੀਡਰ ਨੇ ਜਿਹੜੇ ਦੱਸਣਗੇ ਕਿ ਅੱਜ ਉਹਨਾਂ ਦਾ ਕੀ ਪ੍ਰੋਗਰਾਮ ਤੇ ਅੱਜ ਉਹਨਾਂ ਨੇ ਕੀ ਪ੍ਰੋਗਰਾਮ ਲਿਖਿਆ। ਕਿਉਂਕਿ ਉਧਰ ਵੀ ਜਿਹੜਾ ਹੈਗਾ ਜਿੱਥੇ ਕੱਲ ਧਰਨਾ ਦਿੱਤਾ ਗਿਆ ਸੀ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਖਾਸ ਤੌਰ ਤੇ ਜਿਹੜੇ ਹੈਗੇ ਪੱਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ, ਪਰ ਇਹਨਾਂ ਦੀ ਕੀ ਰਣਨੀਤੀ ਹੈ, ਇਹਨਾਂ ਨੇ ਕੀ ਅੱਗੇ ਸੋਚਿਆ ਤੇ ਕੀ ਅੱਗੇ ਕਰਨਾ ਹੈ ਤੇ ਇਹਦੇ ਬਾਰੇ ਆਪਾਂ ਇਹਨਾਂ ਕੋਲੋਂ ਹੀ ਪੁੱਛਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੱਲ ਤੁਸੀਂ ਦੇਖਿਆ ਸਾਰਾ ਕੁਝ ਜੋ ਹੋਇਆ ਟੀਚਰਸ ਦੇ ਨਾਲ ਤੇ ਅੱਜ ਵੀ ਤੁਹਾਡਾ ਇੱਕ ਪ੍ਰੋਗਰਾਮ ਪਿੱਛੇ ਆਪਾਂ ਦੇਖ ਸਕਦੇ ਹਾਂ ਕਿ ਪਿੱਛੇ ਤੁਹਾਡੇ ਜਿਹੜੇ ਹੈਗੇ ਟੀਚਰਸ ਇੱਕ ਨਵੀਂ ਲਾਮਬੰਦੀ ਹੋ ਰਹੀ ਹੈ। ਅੱਜ ਤੁਹਾਡਾ ਕੀ ਪ੍ਰੋਗਰਾਮ ਹੈ ਜੀ? ਸਰ ਇਹ ਹੁਣ ਜਿਹੜੇ ਸਾਡੇ ਪ੍ਰਧਾਨ ਸਾਹਿਬ ਨੇ ਸਟੇਟ ਕਮੇਟੀ ਹੈਗੀ ਆ, ਉਹ ਸਾਡੀ ਮੀਟਿੰਗ ਕਰਨ ਗਈ ਹੋਈ ਹੈ ਜਿਹੜੀ ਕਿ ਲਿਖਤੀ ਰੂਪ 'ਚ ਮਿਲੀ ਸੀਗੀ, ਠੀਕ ਹੈ। ਉਹ ਜਦੋਂ ਆਣਗੇ ਵੈਸੇ ਤਾਂ ਉਹ ਕਹਿ ਕੇ ਗਏ ਨੇ ਵੀ ਕੁਝ ਵੀ ਅਗਰ ਇਹ ਨਹੀਂ ਕਰਦੇ ਤਾਂ ਸਾਡਾ ਕੱਲ ਵਾਂਗੂ ਹੀ ਜਿਸ ਤਰ੍ਹਾਂ ਦਾ ਕੱਲ ਪ੍ਰਬੰਧ ਸੀਗਾ, ਜਿਸ ਤਰ੍ਹਾਂ ਦਾ ਅਸੀਂ ਕੱਲ ਗਏ ਸੀਗੇ ਚੰਡੀਗੜ੍ਹ ਵੱਲ ਨੂੰ ਕੂਚ ਕੀਤਾ ਸੀ, ਅਸੀਂ ਉਸ ਤਰ੍ਹਾਂ ਹੀ ਫੇਰ ਕਰਾਂਗੇ, ਠੀਕ ਹੈ। ਜੇ ਇਹ ਸਰਕਾਰ ਸਾਡੀ ਕੋਈ ਵੀ ਹੱਲ ਨਹੀਂ ਕਰਦੀ ਹੈਗੀ। ਤੁਸੀਂ ਕਦੋਂ ਸੋਚਿਆ ਕਿ ਕਿੰਨੇ ਵਜੇ ਤੱਕ ਤੁਸੀਂ ਕਰਨਾ ਉਹਦੇ ਜਾਣਾ ਤੁਸੀਂ ਦੁਬਾਰਾ ਤੋਂ? ਸਰ ਮੀਟਿੰਗ ਤੋਂ ਆਉਣ ਦੇ ਬਾਅਦ ਹੀ ਜੋ ਅਨਾਉਂਸਮੈਂਟ ਹੋਊਗੀ ਪ੍ਰਧਾਨ ਸਾਹਿਬ ਕਰਨਗੇ, ਸਟੇਟ ਕਮੇਟੀ ਡਿਸੀਜਨ ਦੇਗੀ, ਉਸ ਤੋਂ ਬਾਅਦ ਹੀ ਸਾਰਾ ਕੁਝ ਹੋਏਗਾ। ਮੀਟਿੰਗ ਆਪਸ ਚ ਹੋ ਰਹੀ ਹੈ ਜਾਂ ਜਿਹੜੇ ਸਰਕਾਰ ਦੇ ਨੁਮਾਇੰਦੇ ਉਹਨਾਂ ਨਾਲ ਹੋ ਰਹੀ ਹੈ? ਸਰਕਾਰ ਦੇ ਨੁਮਾਇੰਦਿਆਂ ਨਾਲ ਹੋ ਰਹੀ ਹੈਗੀ। ਇਹ 12:30 ਵਜੇ ਦਾ ਟਾਈਮ ਸੀਗਾ, ਗਏ ਹੋਏ ਨੇ ਉਹ ਵੀ। ਜਦੋਂ ਵੀ ਉਹ ਵਾਪਸੀ ਕਰਦੇ ਹੈਗੇ ਆ ਉਹ ਸਾਨੂੰ ਆ ਕੇ ਦੱਸਣਗੇ ਕਿ ਉਹਨਾਂ ਨੇ ਕੀ ਕੀਤਾ ਹੈਗਾ, ਸਾਡੇ ਲਈ ਕੀ ਡਿਸੀਜਨ ਲਿੱਤਾ ਹੈਗਾ, ਵੀ ਕੀ ਕਰ ਰਹੇ ਆ ਸਾਡੇ ਲਈ, ਕਿਸ ਪ੍ਰੋਸੈਸ 'ਚ ਸਾਨੂੰ ਲੈ ਕੇ ਆ ਰਹੇ ਆ ਜਾਂ ਨਹੀਂ ਲੈ ਕੇ ਆਏ, ਜੋ ਵੀ ਸਾਨੂੰ ਦੱਸਣਗੇ। ਉਸ ਤੋਂ ਬਾਅਦ ਜੋ ਆ ਕੇ ਉਹ ਡਿਸੀਜਨ ਦੇਣਗੇ ਉਸ ਦੇ ਅਕੋਰਡਿੰਗ ਅਸੀਂ ਚੱਲਾਂਗੇ। ਜੋ ਕੱਲ ਘਟਨਾਕ੍ਰਮ ਹੋਇਆ ਸਾਰਾ ਜੋ ਖਿੱਚਤੂ ਹੋਈ ਹੈ ਪੁਲਿਸ ਵੱਲੋਂ ਹੈ ਨਾ ਸਾਰਾ, ਇਹਦੇ ਤੇ ਕੋਈ ਤੁਹਾਨੂੰ ਬਾਅਦ ਵਿੱਚ ਕਿਸੇ ਲੀਡਰ ਨੇ ਕੋਈ ਸੰਪਰਕ ਕੀਤਾ? ਫਿਲਹਾਲ ਤਾਂ ਨਹੀਂ ਕੀਤਾ ਹੈਗਾ। ਇੱਕ ਲੈਟਰ ਜਾਰੀ ਹੋਈ ਸੀਗੀ ਕਿ ਅਸੀਂ ਤੁਹਾਨੂੰ ਮੀਟਿੰਗ ਦੇ ਰਹੇ ਹਾਂ, ਬਸ ਹੋਰ ਕੁਝ ਨਹੀਂ ਹੋ ਰਿਹਾ। ਮੀਟਿੰਗ ਕਦੋਂ ਡਿਸਾਈਡ ਕੀਤੀ ਗਈ ਹੈ? ਕੱਲ ਜਦੋਂ ਆਪਾਂ ਉੱਥੇ ਚੰਡੀਗੜ੍ਹ ਸੀਗੇ, ਖਿੱਚਤੂ ਹੋਈ ਹੈਗੀ, ਉਹ ਐਟ ਏ ਟਾਈਮ ਹੀ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਸੀਗਾ। ਉਸ ਦੇ ਵਿੱਚ ਕਿਹਾ ਸੀ ਕਿ ਕੱਲ 12:30 ਵਜੇ ਯਾਨੀ ਕਿ ਅੱਜ 12:30 ਵਜੇ ਮੀਟਿੰਗ ਹੋਏਗੀ ਨੁਮਾਇੰਦਿਆਂ ਨਾਲ। ਹਾਂਜੀ, ਤੁਹਾਡੀ ਜਥੇਬੰਦੀ ਨੂੰ ਰਿਸੀਵ ਹੋ ਗਿਆ ਲੈਟਰ ਸਾਰਾ? ਹਾਂਜੀ। ਤੁਸੀਂ ਉਹਦੇ ਤੇ ਕੋਈ ਡਿਸੀਜਨ ਲਿਆ ਤੁਸੀਂ ਲੈਟਰ ਤੇ? ਸਰ ਇਹ ਸਾਡੇ ਇੱਕ ਸਟੇਟ ਕਮੇਟੀ ਨੇ ਲਿੱਤਾ ਹੈਗਾ ਡਿਸੀਜਨ। ਹਾਂਜੀ, ਇਹ ਸਮਾਂ ਨਹੀਂ ਹੈ, ਤੁਸੀਂ ਜਦੋਂ ਜਾਓਗੇ ਉਧਰ ਦੁਬਾਰਾ? ਹਾਂਜੀ, ਉਹ ਜਦੋਂ ਵੀ ਮੀਟਿੰਗ ਕਰਕੇ ਆਉਣਗੇ, ਜੋ ਵੀ ਉਹ ਡਿਸੀਜਨ ਉਹਨਾਂ ਨੂੰ ਉੱਥੇ ਮਿਲੇਗਾ, ਜੋ ਵੀ ਉਹ ਸਰਕਾਰ ਕਹੇਗੀ ਵੀ ਅਸੀਂ ਤੁਹਾਡੇ ਲਈ ਆਹ ਵਾਲੇ ਹੱਲ ਕੀਤੇ ਆ, ਤੁਹਾਨੂੰ ਰੈਗੂਲਰ ਕਰ ਰਹੇ ਆ ਜਾਂ ਨਹੀਂ ਕਰ ਰਹੇ, ਹਾਂ ਜਾਂ ਨਾ ਦਾ ਜੋ ਵੀ ਹੈਗਾ ਫੈਸਲਾ, ਉਹ ਉਹਨਾਂ ਦੇ ਆਉਣ ਤੇ ਹੀ ਪਤਾ ਲੱਗੂਗਾ। ਉਸ ਤੋਂ ਬਾਅਦ ਹੀ ਕੋਈ ਡਿਸੀਜਨ ਲਿਆ ਜਾਊਗਾ। ਤੁਹਾਡੀ ਪੱਕੀ ਮੰਗ ਕੀ ਹੈ? ਤੁਸੀਂ ਕੀ ਚਾਹੁੰਦੇ ਹੋ ਕਿ ਸਰਕਾਰ ਕੀ ਫੈਸਲਾ ਲਵੇ? ਸਾਡੀ ਸਰ ਇੱਕੋ ਹੀ ਮੰਗ ਹੈ ਵੀ ਜਿਹੜੇ ਅਸੀਂ 18 ਸਾਲ ਤੋਂ ਅਸੀਂ ਰੁਲ ਰਹੇ ਆ, ਕਿ ਅਸੀਂ ਯੋਗ ਨਹੀਂ ਹੋਏ ਹੈਗੇ, ਵੀ ਸਾਨੂੰ ਵੀ ਕਿਉਂ ਨਹੀਂ ਕਰ ਸਕਦੇ ਪੱਕੇ? ਸਾਡੇ ਤੇ ਇਹੀ ਮੰਗ ਹੈ ਵੀ ਸਾਨੂੰ ਪੱਕੇ ਕਰ ਦਿਓ। ਇੰਨਾ ਤਜਰਬਾ ਹੋ ਗਿਆ, ਹੁਣ ਵੀ ਤੁਸੀਂ ਸਾਡੇ ਟੈਸਟ ਲੈਣਾ ਚਾਹੁੰਦੇ ਹੋ। ਕੀ ਚਾਹੁੰਦੇ ਹੋ ਤੁਸੀਂ ਸਾਡੇ ਤੋਂ? ਜਿਹੜੇ ਵਿਧਾਇਕਾਂ ਦੇ ਨੌਕਰੀਆਂ ਦਿੰਦੇ ਹੋ ਤੁਸੀਂ, ਵਿਧਾਇਕਾਂ ਦੇ ਬੱਚਿਆਂ ਨੂੰ ਦਿੰਦੇ ਹੋ, ਕੀ ਉਹਨਾਂ ਦੇ ਟੈਸਟ ਲੈ ਕੇ ਕਰਦੇ ਹੋ? ਆ ਜਿਹੜੇ ਮੰਤਰੀ ਰੱਖਦੇ ਹੋ ਵੱਖ-ਵੱਖ ਹਨਾ ਮਹਿਕਮਿਆਂ 'ਚ ਮੰਤਰੀ ਰੱਖ ਦਿੰਦੇ ਹੋ, ਕੀ ਉਹਨਾਂ ਦੇ ਟੈਸਟ ਲਿੱਤੇ ਜਾਂਦੇ ਆ? ਮੇਰੇ ਤਾਂ ਕੈਪਟਨ ਨੂੰ ਇੱਕੋ ਹੀ ਹੈ ਚੇਤਾਵਨੀ ਹੈਗੀ ਆ ਵੀ ਜਦੋਂ ਤੂੰ ਰੱਖਦਾ ਨਾ ਵਿਧਾਇਕ ਰੱਖਦਾ, ਉਹਨਾਂ ਦੇ ਵੀ ਟੈਸਟ ਲਿਆ ਕਰ। ਟੈਸਟ ਲੈ ਕੇ 10 ਪੜ੍ਹੇ ਹੋਏ ਉਹਨਾਂ ਨੂੰ ਕੁਝ ਇਹਦਾ ਕੋਕੋ ਆਉਂਦਾ ਨਹੀਂ ਹੈਗਾ। ਅਸੀਂ ਜਿਹੜੇ ਸਮਾਜ ਨੂੰ ਸਿਰਜਣ ਵਾਲਾ ਅਧਿਆਪਕ ਹੈ, ਠੀਕ ਹੈ, ਇਹਨਾਂ ਨੂੰ ਵੀ ਅਸੀਂ ਬਣਾਉਂਦੇ ਆ, ਠੀਕ ਹੈ। ਇਹ ਸਾਡੇ ਪੜ੍ਹੇ ਲਿਖੇ ਹੋ ਪੜ੍ਹ ਕੇ ਸਾਡੇ ਕੋਲੋਂ ਪੜ੍ਹ ਕੇ ਹੀ ਮੰਤਰੀ ਬਣਦੇ ਆ ਤੇ ਸਾਡੇ ਉੱਤੇ ਵੀ ਇਹ ਤਸ਼ੱਦਦ ਹੁੰਦੇ ਹੈਗੇ ਆ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ। ਮੇਰੀਆਂ ਭੈਣਾਂ ਬਹੁਤ ਫੱਟਣ ਹੋਈਆਂ ਹੈਗੀਆਂ। ਜਿਹੜੀ ਪੁਲਿਸ ਜੈਂਟਸ ਪੁਲਿਸ ਸੀ ਉਹਨਾਂ ਨੇ ਮੇਰੀ ਭੈਣਾਂ ਦੇ ਕੱਪੜੇ ਪਾੜੇ ਆ, ਠੀਕ ਹੈ, ਉਹਨਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਹੈਗਾ, ਗੰਦੀ ਸ਼ਬਦਾਵਲੀ ਵਰਤੀ ਹੈਗੀ ਆ ਜਿਹੜਾ ਕਿ ਇਹਨਾਂ ਨੂੰ ਨਹੀਂ ਚਾਹੀਦਾ ਸੀਗਾ, ਠੀਕ ਹੈ। ਜੇ ਇਹਨਾਂ ਨੇ ਇਹ ਕੀਤਾ ਤੇ ਇਹਨਾਂ ਨੇ ਮਾੜੀ ਗੱਲ ਸੀਗੀ। ਕੈਪਟਨ ਆਪ ਤਾਂ ਉੱਥੇ ਬੈਠਾ ਹੈਗਾ ਆ, ਠੀਕ ਹੈ, ਉਹਨਾਂ ਨੂੰ ਨਹੀਂ ਦਿਖਦਾ ਹੈਗਾ ਕਿ ਮੇਰੀ ਜਨਤਾ ਨਾਲ ਕੀ ਹਾਲ ਹੋ ਰਿਹਾ। ਅਸਲ ਦੇ ਵਿੱਚ ਉਹ ਸਾਰਾ ਕੁਝ ਖੁਦ ਹੀ ਕਰਵਾ ਰਿਹਾ ਹੈਗਾ ਆ, ਠੀਕ ਹੈ ਨਾ। ਤੇ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈਗੀ ਵੀ ਇੰਨੇ ਦਿਨ ਤੋਂ ਬੈਠੇ, ਅਸੀਂ ਤਾਂ ਆਪਣੇ ਜਾਇਜ਼ ਹੱਕ ਹੀ ਮੰਗ ਰਹੇ ਆ। ਅਸੀਂ ਇਸ ਦੇ ਵਿੱਚ ਮਾੜਾ ਕੀ ਕਰਦੇ ਪਏ ਆ ਕਿ ਹੱਕ ਨਾ ਮੰਗੀਏ?
ਤੁਹਾਡੇ ਨਾਲ ਜਿਹੜੀ ਮੀਟਿੰਗਾਂ ਹੁਣ ਤੱਕ ਹੋਈਆਂ ਨੇ ਲੀਡਰਾਂ ਦੀਆਂ, ਜੋ ਵੀ ਕਮੇਟੀ ਬਣਾਈ ਨੇ ਸਰਕਾਰ ਨੇ, ਉਹਨਾਂ ਦਾ ਰਵੱਈਆ ਕਿਹੋ ਜਿਹਾ ਰਹਿੰਦਾ? ਤੁਹਾਡੇ ਨਾਲ ਗੱਲ ਕਰਨ ਦਾ ਕਿਉਂ ਲੱਗਦਾ ਕਿ ਭਰੋਸਾ ਮਿਲਦਾ ਕੋਈ? ਮਿੱਠੀਆਂ ਗੋਲੀਆਂ ਦੇ ਦਿੰਦੇ ਜੀ, ਕੋਈ ਗੱਲ ਨਹੀਂ, ਕਰਦੇ ਆ ਜੀ, ਕਰਦੇ ਆ ਜੀ, ਕਰਦੇ ਆ। ਜਦੋਂ ਇਹਨਾਂ ਕੋਲ ਕੌਣ ਨੇ ਉਹਨਾਂ ਵਿੱਚ, ਕੌਣ ਨੇ ਸਰ ਲੈ ਸਕਦੇ ਹੋ, ਕੌਣ ਨੇ ਮਿੱਠੀਆਂ ਗੋਲੀਆਂ ਵਾਲੇ, ਕੌਣ ਨੇ? ਮਿੱਠੀਆਂ ਗੋਲੀਆਂ ਦੇ ਵਿੱਚ ਜਿਵੇਂ ਸਿੱਖਿਆ ਸਕੱਤਰ ਹੁੰਦੇ ਨੇ, ਕਦੇ ਕਹਿੰਦੇ ਵਿੱਤ ਮੰਤਰੀ ਨਹੀਂ ਹੈਗੇ, ਕਦੇ ਕਹਿੰਦੇ ਸਿੰਗਲਾ ਸਾਹਿਬ। ਕ੍ਰਿਸ਼ਨ ਕੁਮਾਰ ਦੀ ਗੱਲ ਕਰ ਰਹੇ ਹੋ? ਕ੍ਰਿਸ਼ਨ ਕੁਮਾਰ ਦੀ ਗੱਲ ਕਰ ਰਹੀ ਹਾਂ। ਬੜੇ ਇਮਾਨਦਾਰ ਮੰਨੇ ਜਾਂਦੇ। ਨਹੀਂ 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 ਨਹੀਂ, ਬਿਲਕੁਲ ਬੇਕਾਰ ਹੈ ਉਹ ਸਿੱਖਿਆ ਸਕੱਤਰ, ਬਿਲਕੁਲ ਬੇਕਾਰ ਹੈ ਉਹ, ਇਮਾਨਦਾਰ ਨਹੀਂ ਹੈਗਾ ਉਹ, ਫਰਾਡ ਹੈ, ਇਹਨਾਂ ਦਾ ਕਮਾਊ ਪੁੱਤ ਹੈਗਾ ਉਹ, ਠੀਕ ਹੈ। ਤੇ ਇਹਨਾਂ ਨੇ ਉਹਨੂੰ ਇਸੇ ਕਰਕੇ ਛੱਡਿਆ ਵੀ ਸਾਡਾ ਅਧਿਆਪਕ ਵਰਗ ਹੈ, ਇਹਨਾਂ ਨੇ ਕੈਟਾਗਰੀਆਂ ਬਣਾਈਆਂ, ਸਾਨੂੰ ਇਹਨਾਂ ਨੇ 6-6 ਹਜ਼ਾਰ ਦੇ ਵਿੱਚ ਰੱਖਿਆ। ਉਹਨੇ ਜਿਹੜਾ ਬੰਦਾ, ਇੱਕ ਤਾਂ ਬੰਦਾ ਰਹਿ ਰਿਹਾ 60-70 ਹਜ਼ਾਰ ਰੁਪਈਆ, ਠੀਕ ਹੈ, ਇੱਕ 6 ਹਜ਼ਾਰ ਲਿਆ, ਕੰਮ ਦੋਨੋਂ ਇੱਕੋ ਜਿੱਕਾ ਕਰਦੇ ਆ। ਜਿਹੜਾ 6 ਹਜ਼ਾਰ ਲੈਂਦਾ ਹੈਗਾ ਉਹ ਵੱਧ ਹੀ ਕੰਮ ਕਰਦਾ ਹੈਗਾ ਆ, ਠੀਕ ਹੈ। ਤੇ ਇਹ ਕਹਿੰਦਾ ਹੈਗਾ ਵੀ ਜਦੋਂ ਕੋਈ ਉੱਪਰ ਕਹਿੰਦਾ ਨੰਬਰ 1 ਤੇ ਮੇਰਾ ਪੰਜਾਬ ਸਿੱਖਿਆ 'ਚ ਜਾ ਰਿਹਾ ਹੈਗਾ, ਇਹ ਸਿੱਖਿਆ ਜਿਹੜਾ ਵਿਭਾਗ ਗਿਆ ਹੈਗਾ 1 ਨੰਬਰ ਤੇ, ਇਹ ਮੇਰੇ ਆਹ ਵਲੰਟੀਅਰ ਸਾਥੀ ਬੈਠੇ ਆ, EGS AISTR ਸਿੱਖਿਆ ਪ੍ਰੋਵਾਈਡਰ IEB ਵਲੰਟੀਅਰ, ਇਹਨਾਂ ਦੀ ਮਿਹਨਤ ਕਰਕੇ ਗਏ ਆ। ਸਾਡਾ ਨਾਮ ਹੀ ਨਹੀਂ ਹੈਗਾ ਕਿਤੇ, ਅਸੀਂ ਮਿਹਨਤਾਂ ਕਰਕੇ ਡ੍ਰੌਪ ਆਊਟ ਖਤਮ ਕੀਤਾ, ਠੀਕ ਹੈ। 2003 ਦੇ ਵਿੱਚ ਜਦੋਂ ਮੈਂ ਆਈ ਸੀਗੀ, ਇਹਨਾਂ ਦੀ EGS ਸਕੀਮ ਚੱਲੀ ਸੀਗੀ, ਜਿਹਦੇ ਵਿੱਚ ਸਾਨੂੰ 1000 ਰੁਪਈਆ ਮਿਲਦਾ ਸੀਗਾ, ਠੀਕ ਹੈ। ਫਿਰ ਹੌਲੀ ਹੌਲੀ ਕਰਦੇ ਕਰਦੇ ਅਸੀਂ ਉਹ ਬੱਚੇ ਲੈ ਕੇ ਆਏ ਸੀ ਜਿਨ੍ਹਾਂ ਨੇ ਕਦੀ ਸਕੂਲ ਦਾ ਮੂੰਹ ਨਹੀਂ ਸੀ ਵੇਖਿਆ। ਡ੍ਰੌਪ ਆਊਟ ਅਸੀਂ ਖਤਮ ਕੀਤਾ, ਅਸੀਂ ਸਾਡੇ ਸਾਰੇ ਸਾਥੀਆਂ ਨੇ ਡ੍ਰੌਪ ਆਊਟ ਸਿਸਟਮ ਖਤਮ ਕੀਤਾ, ਉਹਨਾਂ ਬੱਚਿਆਂ ਨੂੰ ਅਸੀਂ ਸਕੂਲਾਂ ਦੇ ਵਿੱਚ ਭਰਤੀ ਕਰਾਇਆ, ਠੀਕ ਹੈ। ਉਸ ਤੋਂ ਬਾਅਦ ਸਾਡੀਆਂ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ, ਫਿਰ ਸਾਨੂੰ ਇਹਨਾਂ ਨੇ ਡਿਪਾਰਟਮੈਂਟ ਰੀਜੁਆਇਨਿੰਗ ਕਰਵਾਈ ਹੈ। ਰੀਜੁਆਇਨਿੰਗ ਮਤਲਬ ਇਹਨਾਂ ਨੇ ਸੈਂਟਰ ਦੇ ਅਕੋਰਡਿੰਗ ਹੀ ਮਤਲਬ ਜਿਹੜੇ ਪਹਿਲਾਂ ਸਾਡੇ ਸੈਂਟਰ, ਰੀਜੁਆਇਨਿੰਗ ਦਾ ਮਤਲਬ ਇਹ ਹੁੰਦਾ, ਠੀਕ ਹੈ। ਤੇ ਫਿਰ ਇਹਨਾਂ ਨੇ ਸਾਨੂੰ 6000 ਤਨਖਾਹ ਦੇਣੀ ਸ਼ੁਰੂ ਕਰਤੀ। ਮੈਂ ਇਹੀ ਕਹਿਣਾ ਚਾਹਨੂੰ ਵੀ ਜਿਹੜਾ ਸਿੱਖਿਆ ਸਕੱਤਰ ਹੈ, ਇਹ ਕਹਿੰਦਾ ਜੀ ਮੈਂ ਤਾਂ ਵੀ ਕੁਝ ਨਹੀਂ ਕਰਨਾ। ਕਿਉਂ ਨਹੀਂ ਕਰਨਾ ਹੈਗਾ? ਇਹਨੂੰ ਕੋ ਵੀ ਸਾਡੇ ਵਿੱਚ ਆ ਕੇ ਇੱਥੇ ਬਹਿ ਕੇ ਸਾਡੇ ਵਾਂਗੂ 6000 ਦੇ ਵਿੱਚ ਘਰ ਚਲਾ ਕੇ ਦਿਖਾ ਦੇਵੇ। ਅਸੀਂ ਸਾਰੀ ਜ਼ਿੰਦਗੀ 6000 ਤੇ ਰਹਿਣ ਨੂੰ ਤਿਆਰ ਹਾਂ। ਜੇ ਇਹ ਬੰਦਾ ਜਾਂ ਸਾਡਾ ਕੈਪਟਨ ਹੈ, ਠੀਕ ਹੈ, ਕੈਪਟਨ ਅਮਰਿੰਦਰ ਸਿੰਘ, ਇਹ ਤਾਂ ਪਹਿਲਾਂ ਹੀ ਰਾਜਾ, ਇਹ ਜਦੋਂ ਸਾਨੂੰ ਸਾਡੇ ਧਰਨੇ 'ਚ ਆਇਆ ਸੀਗਾ, ਕਹਿੰਦਾ ਮੇਰੇ ਮਾਲੀ ਦੀ ਵੀ ਤਨਖਾਹ ਤੁਹਾਡੇ ਤੋਂ ਵੱਧ ਹੈ। ਹੁਣ ਉਹਨੂੰ ਵਾਦਾ ਭੁੱਲ ਗਿਆ? ਹੁਣ ਉਹਨੂੰ ਕੋ ਸਾਡੇ ਵਿੱਚ ਆ ਕੇ ਬੈਠ, ਆ ਕੇ ਅਨਾਉਂਸ ਕਰਕੇ ਜਾ, ਵਾਦਾ ਜਿਹੜਾ ਸੀਗਾ ਉਹ ਪੂਰਾ ਕਰਕੇ ਜਾਵੇ। ਹੁਣ ਸਾਡੇ ਇੱਥੇ ਸਵਾਲ ਹੈ, 2022 ਬਹੁਤ ਨੇੜੇ ਆ ਗਿਆ ਨਾ, ਤੇ 6 ਮਹੀਨੇ ਦੀ ਗੱਲ ਹੈ ਸਾਰੀ ਹੁਣ, ਤੇ ਫਿਰ ਕੈਪਟਨ ਸਰਕਾਰ ਨੂੰ ਕੀ ਕਹੋਗੇ ਹੁਣ ਤੁਸੀਂ? ਕੈਪਟਨ ਤਾਂ ਭੁੱਲ ਹੀ ਜਾਵੇ ਜੀ, ਉਹ ਹੁਣ ਸੱਤਾ ਚਾਹੂਗਾ, ਉਹ ਤਾਂ ਕਦੇ ਆ ਹੀ ਨਹੀਂ ਸਕਦਾ। ਕੋਈ ਵੀ ਵਿਧਾਇਕ ਆ ਜਾਵੇ, ਸਾਡੇ ਸਾਥੀ ਹੈਗੇ ਆ, ਤੇ ਆਮ ਜਨਤਾ ਵੀ ਜਿਹੜੀ ਹੈਗੀ ਘਰਾਂ 'ਚ ਜਾਗਰੂਕ ਇੰਨੀ ਕੁ ਹੋ ਚੁੱਕੀ ਹੈ ਵੀ ਉਹ ਜਦੋਂ ਵੀ ਉਹਨਾਂ ਦੇ ਘਰਾਂ 'ਚ ਜਾਣਗੇ ਨਾ ਵੋਟਾਂ ਮੰਗਣ ਲਈ, ਕਹਿਣਗੇ ਨਾ ਵੀ ਅਸੀਂ ਕਾਂਗਰਸ ਪਾਰਟੀ ਦੇ ਵਿਧਾਇਕ ਆ। ਤੇ ਮੈਨੂੰ ਸਾਡੀ ਜਨਤਾ ਤੇ ਸਾਡੇ ਸਾਥੀਆਂ ਤੇ ਸਾਡੀ ਆਮ ਜਿਹੜੀ ਪਬਲਿਕ ਹੈ ਉਹਨਾਂ ਤੇ ਪੂਰਾ ਟਰਸਟ ਹੈ ਵੀ ਇਹਨਾਂ ਨੂੰ ਛਿੱਤਰ ਮਾਰ ਕੇ ਇਹਨਾਂ ਨੂੰ ਘਰਾਂ 'ਚੋਂ ਕੱਢਣਗੇ। ਇਹ ਨਹੀਂ ਆਉਂਦੇ ਸੱਤਾ ਦੇ ਵਿੱਚ, ਇਹ ਤਾਂ ਭੁੱਲ ਹੀ ਜਾਵੇ ਵੀ ਹੁਣ ਆਊਗਾ, ਕੋਈ ਨਹੀਂ ਆਉਂਦਾ। ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਕਿ ਇਹਨਾਂ ਨੂੰ ਕੁਝ ਸਮਝਾਓ, ਇਹਨਾਂ ਦੇ ਖਾਨੇ 'ਚ ਪਾਓ ਵੀ ਜਿਹੜੇ ਇੱਥੇ ਵਾਅਦੇ ਕਰਕੇ ਗਿਆ ਸੀਗਾ ਉਹ ਪੂਰੇ ਕਰੇ, ਨਹੀਂ ਤਾਂ ਤੁਹਾਡੀ ਇੱਥੋਂ ਪੰਜਾਬ ਦੇ ਵਿੱਚੋਂ ਸਰਕਾਰ ਦਾ ਬਿਲਕੁਲ ਸਫਾਇਆ ਏ। ਉਹਨਾਂ ਨੇ ਤਾਂ 18 ਨੁਕਤੇ ਦਿੱਤੇ ਨੇ ਕੈਪਟਨ ਨੂੰ, ਉਹਦੇ ਵਿੱਚ ਤਾਂ ਨੁਕਤਾ ਨਹੀਂ ਹੈਗਾ ਇਹ। 18 ਨੁਕਤੇ ਦਿੱਤੇ ਆ ਕੈਪਟਨ ਸਰਕਾਰ ਨੂੰ ਕਿ ਕੰਮ ਪੂਰੇ ਕਰੋ ਤੁਸੀਂ, ਤੇ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ, ਉਹਦੇ ਵਿੱਚ ਇਹ ਕੋਈ ਨੁਕਤਾ ਨਹੀਂ ਹੈ, ਤੇ ਕਿੱਦਾਂ ਹੋਏਗਾ? ਇਹ ਕਰ ਹੀ ਨਹੀਂ ਰਿਹਾ ਹੈਗਾ ਕੁਛ। ਮੈਨੂੰ ਤਾਂ ਲੱਗਦਾ ਇਹ ਸੋਨੀਆ ਨੂੰ ਜਾਂ ਸੋਨੀਆ ਗਾਂਧੀ ਜੀ ਨੂੰ ਜਾਂ ਰਾਹੁਲ ਗਾਂਧੀ ਨੂੰ ਕੁਝ ਸਮਝਦਾ ਹੀ ਨਹੀਂ, ਉਹਨਾਂ ਨੂੰ ਵੀ ਐਵੇਂ ਸਮਝਦਾ ਵੀ ਉਹ ਐਵੇਂ ਹੀ ਹੈਗਾ। ਤੇ ਬਸ ਜੇ ਐਵੇਂ ਵੀ ਸਮਝਦਾ ਹੈਗਾ ਨਾ ਵੀ ਜੇ ਉਹਨਾਂ ਦੇ ਕਹੀ ਹੋਈ ਗੱਲ ਤੇ ਵੀ ਇਹ ਗੌਰ ਨਹੀਂ ਕਰਦਾ ਹੈਗਾ, ਫਿਰ ਇਹ ਭੁੱਲ ਹੀ ਜਾਵੇ। ਇਹਨੇ ਸੋਨੀਆ ਗਾਂਧੀ ਦੀ ਤੇ ਰਾਹੁਲ ਗਾਂਧੀ ਦੀ ਜਿਹੜੀ ਕਾਂਗਰਸ ਦੀ ਇਮੇਜ ਸੀ ਬਿਲਕੁਲ ਖਰਾਬ ਕਰਤੀ ਹੈ, ਖਤਮ ਕਰਤੀ ਹੈ ਪੰਜਾਬ ਦੇ ਵਿੱਚੋਂ। ਤੇ ਭੁੱਲ ਜਾਣ ਹੁਣ, ਸੋਨੀਆ ਗਾਂਧੀ ਵੀ ਭੁੱਲ ਜਾਵੇ ਤੇ ਰਾਹੁਲ ਵੀ ਭੁੱਲ ਜਾਵੇ ਵੀ ਇੱਥੇ ਕਾਂਗਰਸ ਆਊਗੀ। ਬਿਲਕੁਲ ਨਹੀਂ ਆਉਂਦੀ ਹੈਗੀ ਕਾਂਗਰਸ। ਕੁਝ ਟੀਚਰ ਵੀ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕੱਲ ਜਿਹੜਾ ਘਟਨਾਕ੍ਰਮ ਹੋਇਆ ਸੀ ਉਹਦੇ ਵਿੱਚ ਜਿਹੜੇ ਸਾਡੇ ਇੰਜਰਡ ਨੇ, ਸਾਡੇ ਜਿਹੜੇ ਟੀਚਰ, ਉਹਨਾਂ ਦੀ ਹਾਲਤ ਕਿਹੋ ਜੀ ਇਸ ਟਾਈਮ, ਤੇ ਉਹਨਾਂ ਦੇ ਨਾਲ ਕੋਈ ਪ੍ਰਸ਼ਾਸਨ ਨੇ ਪਹਿਲ ਕੀਤੀ ਉਹਨਾਂ ਨੂੰ ਮਿਲਣ ਵਾਸਤੇ? ਨਹੀਂ ਸਰ, ਉਹਨਾਂ ਨੇ ਕੋਈ ਪ੍ਰਸ਼ਾਸਨ ਨੇ ਕਿਸੇ ਨੂੰ ਮਿਲਣ ਵਾਸਤੇ ਕੋਈ ਪਹਿਲ ਨਹੀਂ ਕੀਤੀ। ਅਸੀਂ ਆਪਣੇ ਬੇਸ ਤੇ ਦੇਖੋ, ਇੱਥੇ ਐਂਬੂਲੈਂਸਿਸ ਵਗੈਰਾ ਵੀ ਨਹੀਂ ਸੀ, ਆਪਣੇ ਬੇਸ ਤੇ ਵੀ ਆਟੋ ਤੇ ਵੀ ਅਸੀਂ ਚੁੱਕ ਕੇ ਲੈ ਕੇ ਆਉਂਦੇ ਆ ਉਹਨਾਂ ਨੂੰ, ਠੀਕ ਹੈ। ਤੇ ਜਿਹੜੇ ਵੀ ਉੱਥੇ ਇੰਜਰਡ ਸੀਗੇ ਆਪਣੇ ਬੇਸ ਤੇ ਉੱਥੇ ਹਸਪੀਟਲ 'ਚ ਭਰਤੀ ਕਰਵਾਇਆ, ਆਪਣੇ ਬੇਸ ਤੇ ਹੀ ਉਹਨਾਂ ਦਾ ਮਤਲਬ ਖਰਚਾ। ਇੱਥੇ ਤੱਕ ਕਿ ਕੋਈ ਵੀ ਨੁਮਾਇੰਦਾ ਗਵਰਨਮੈਂਟ ਦਾ ਜਾਂ ਕੋਈ ਵੀ ਉੱਥੇ ਪ੍ਰਸ਼ਾਸਨ ਨੇ ਵੀ ਨਹੀਂ ਸਾਰ ਲਈ? ਨਹੀਂ ਸਰ, ਕਿਸੇ ਨੇ ਕੋਈ ਸਾਰ ਨਹੀਂ ਲਈ ਹੈ। ਵੀਰ ਸਿੱਧੂ ਇੱਥੇ ਹੀ ਬੈਠੇ ਨੇ, ਇੱਥੇ ਦੇ ਸਿਹਤ ਮੰਤਰੀ ਨੇ, ਉਹਨਾਂ ਨੂੰ ਨਹੀਂ ਮੋਹਾਲੀ ਦੇ ਵਿੱਚ ਬੈਠੇ ਨੇ ਉਹ? ਬਿਲਕੁਲ ਸਰ, ਕੋਈ ਵੀ ਨਹੀਂ ਆਇਆ ਉਹਨਾਂ ਦਾ ਮਤਲਬ। ਅਸੀਂ ਉਹਨਾਂ ਦੇ ਮਤਲਬ ਇੰਨਾ ਉਹਨਾਂ ਦੀ ਸ਼ਰਮ ਆਉਣੀ ਚਾਹੀਦੀ ਹੈ। ਤੇ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਹੁੰਦੇ ਹੋਏ ਇਦਾਂ ਦਾ ਕਾਂਡ ਹੁੰਦਾ ਹੈ ਤੇ ਉਹ ਇੱਕ ਵਾਰੀ ਵੀ ਹਾਂ ਦਾ ਨਾਰਾ ਵੀ ਨਹੀਂ ਮਾਰਦੇ ਆ ਕੇ ਵੀ ਦੇਖੋ ਇਹ ਗਲਤ ਹੋਇਆ। ਇੱਥੇ ਤੱਕ ਕਿ ਇਹਨਾਂ ਦਾ ਜਿਹੜੀ ਸਰਕਾਰ ਹੈ, ਇਹ ਤਾਂ ਇੱਕ ਮਤਲਬ ਮੰਨ ਲਓ ਇੰਨਾ ਘਟੀਆ ਕੰਮ ਕੀਤਾ ਇਹਨਾਂ ਨੇ। ਪਹਿਲਾਂ 10 ਸਾਲ ਅਕਾਲੀਆਂ ਨੇ ਵੀ ਇਦਾਂ ਹੀ ਕੱਢਤੇ, ਤੇ ਇਹਨਾਂ ਨੇ ਵਾਅਦਾ ਕਰਕੇ ਵਾਅਦਾ ਖਿਲਾਫੀ ਕੀਤੀ ਹੈ ਸਾਡੇ ਨਾਲ।
ਸਾਨੂੰ ਮਤਲਬ ਸੜਕਾਂ ਤੇ ਇਹ ਜਿਹੜਾ ਕਹਿੰਦਾ ਸੀਗਾ ਮਾਲੀ ਹੈ ਨਾ ਜਿਹੜਾ ਸਾਡਾ 3 ਗੁਣਾ ਜ਼ਿਆਦਾ ਤਨਖਾਹ ਲੈਂਦਾ ਤੋਂ ਠੀਕ ਹੈ ਜੀ, ਉਹ ਮਤਲਬ ਉਸ ਟਾਈਮ ਇਹਨੇ ਕਿਹਾ ਸੀਗਾ ਸਾਡੇ ਨਾਲ ਬੈਠ ਕੇ ਤੇ ਬਟ ਉਹ ਵਾਅਦਾ ਜਿਹੜਾ ਅੱਜ ਅਸੀਂ ਇਹਨੂੰ ਯਾਦ ਕਰਵਾ ਰਹੇ ਆ ਪਰ ਉਹ ਹੁਣ ਇਹਨੂੰ ਯਾਦ ਨਹੀਂ ਆ ਰਿਹਾ ਕਿਉਂਕਿ ਸੱਤਾ ਦਾ ਨਸ਼ਾ ਇਹਨੂੰ। ਅੱਛਾ, ਜਿਹੜੇ ਤੁਹਾਡੇ ਸਾਥੀ ਉੱਪਰ ਬੈਠੇ ਨੇ, ਛੱਤ ਤੇ ਬੈਠੇ ਨੇ, ਉਹਨਾਂ ਦੀ ਹਾਲਾਤ ਕਿਸ ਤਰ੍ਹਾਂ ਦੇ ਆ? ਤੁਸੀਂ ਉਹਨਾਂ ਨਾਲ ਰਾਬਤਾ, ਗਰਮੀ ਬਹੁਤ ਹੈਗੀ ਹੈ, ਮੌਸਮ ਬੜਾ ਹੀ ਗੰਦਾ ਹੋ ਚੁੱਕਾ ਹੈ, ਟੈਂਪਰੇਚਰ ਵੀ ਮੇਰੇ ਖਿਆਲ ਨਾਲ 50 ਤੱਕ ਪਹੁੰਚਣ ਵਾਲਾ ਹੈ, ਤੇ ਉਹਨਾਂ ਦੀ ਕਿਸ ਤਰ੍ਹਾਂ ਤੁਸੀਂ ਸਾਰ ਲੈਂਦੇ ਹੋ ਸਰ? ਬਿਲਕੁਲ ਸਰ, ਉਹਨਾਂ ਦੀ ਅਸੀਂ ਸਾਰ ਲੈਣ ਜਾਂਦੇ ਆ ਉੱਪਰ, ਉਹਨਾਂ ਨੂੰ ਜਦੋਂ ਕੁਝ ਖਾਣਾ ਪਾਣੀ ਦੇਣਾ ਜਾਂਦੇ ਆ ਅਸੀਂ ਤਾਂ ਉਹਨਾਂ ਨੂੰ ਦੇਖਦੇ ਆ ਤੇ ਉਹਨਾਂ ਦੀ ਸਕਿਨ ਵੀ ਹੈ ਸਰ, ਉਹਨਾਂ ਦੀ ਸਕਿਨ ਖਰਾਬ ਹੋ ਰਹੀ ਹੈ, ਠੀਕ ਹੈ ਜੀ, ਉਹਨਾਂ ਦੀ ਸਕਿਨ ਕਾਲੀ ਪੈ ਚੁੱਕੀ ਹੈ ਤੇ ਉਹ ਮਤਲਬ ਇੰਨੀ ਜ਼ਿਆਦਾ ਟੈਂਪਰੇਚਰ 'ਚ ਉੱਥੇ ਰਹਿ ਰਿਹਾ, ਕੋਈ ਛਾਂ ਨਹੀਂ ਹੈ, ਅਸੀਂ ਤਾਂ ਫਿਰ ਵੀ ਨੀਚੇ ਟੈਂਟ ਲਗਾ ਕੇ ਬੈਠੇ ਆ, ਚਲੋ ਅਸੀਂ ਦਰਖਤਾਂ ਦੇ ਨੀਚੇ ਵੀ ਹੋ ਜਾਂਦੇ ਆ, ਪਰ ਉਹ ਤਾਂ ਉੱਪਰ ਤਪਦੀ ਧੁੱਪ ਦੇ ਵਿੱਚ ਸਾਰਾ ਦਿਨ ਆਪਣੇ ਆਪ ਨੂੰ ਸਾਡੇ ਲਈ ਸਾਡੇ ਤੇ ਹੈ ਲੀਡਰਾਂ ਦੇ ਇਹ ਬਿਲਕੁਲ ਕਿਤੇ ਉਹਨਾਂ ਨੂੰ ਹੈ ਪਤਾ ਸੋਚਾ? ਬਿਲਕੁਲ ਸਰ, ਉਹਨਾਂ ਦੇ ਸਭ ਧਿਆਨ ਦੇ ਵਿੱਚ ਹੈ, ਇਹ ਬਸ ਇੱਕ ਅਣਦੇਖੀ ਕਰ ਰਹੇ ਨਹੀਂ ਉਹ, ਠੀਕ ਹੈ ਜੀ, ਉਹਨਾਂ ਵੱਲੋਂ ਕੋਈ ਸਾਰ ਨਹੀਂ ਲਈ ਗਈ ਹੈ? ਬਿਲਕੁਲ ਨਹੀਂ ਲਈ ਗਈ ਸਰ। ਤੇ ਤੁਹਾਡੇ ਵੱਲੋਂ ਕੀ ਮੈਸੇਜ ਹੈ ਐਂਡ ਦੇ ਵਿੱਚ, ਤੁਸੀਂ ਅਗਰ ਕਹਿਣਾ ਹੋਵੇ ਕਿ ਸਰਕਾਰ ਕੀ ਫੈਸਲਾ ਲਵੇ, ਇਹਨੂੰ ਕਿੱਦਾਂ ਖਤਮ ਕਰੀਏ ਇਸ ਰਫੜ ਨੂੰ? ਸਰ ਸਾਡੇ ਵੱਲੋਂ ਤਾਂ ਸਰਕਾਰ ਨੂੰ ਇਹੀ ਹੈ ਵੀ ਜੋ ਸਾਡੇ ਨਾਲ ਵਾਅਦਾ ਕੀਤਾ ਉਸ ਨੂੰ ਪੂਰਾ ਕਰੇ, ਅਗਰ ਸਰਕਾਰ ਇਹ ਵਾਅਦਾ ਸਾਡੇ ਨਾਲ ਪੂਰਾ ਨਹੀਂ ਕਰਦੀ ਤਾਂ ਆਉਣ ਵਾਲੀਆਂ ਜਿਹੜੀਆਂ ਚੋਣਾਂ ਦੇ ਵਿੱਚ ਉਹਨੂੰ ਇਹ ਨਤੀਜੇ ਭੁਗਤਣੇ, ਖਾਮਿਆਜ਼ਾ ਭੁਗਤਣਾ ਪਊਗਾ ਜੀ। 2022 ਬਹੁਤ ਨੇੜੇ ਹੈ, ਜੇ ਸਰਕਾਰ ਸੋਚਦੀ ਹੈ ਕਿ ਜੇਕਰ ਇਦਾਂ ਹੀ ਜੇ ਧਰਨਾ ਚੱਲਦਾ ਰਹੇਗਾ, ਇਦਾਂ ਹੀ ਲੋਕ ਇਦਾਂ ਹੀ ਆਪਣੇ ਹੱਕਾਂ ਦੀ ਲੜਦੇ ਰਹਿਣਗੇ ਤੇ ਫਿਰ ਹੱਲ ਨਹੀਂ ਨਿਕਲੇਗਾ। ਟੀਚਰਾਂ ਦੀ ਵੀ ਇਹੀ ਗੱਲ ਹੈ ਕਿ ਜੇਕਰ ਸੋਚਦੀ ਹੈ ਸਰਕਾਰ 2022 ਨੇੜੇ ਆ ਗਈ ਹੈ ਤਾਂ ਉਹਨਾਂ ਨੂੰ ਬਹੁਤ ਪੱਕਾ ਹੱਲ, ਇੱਕ ਲਿਖਤੀ ਹੱਲ, ਪੱਕੀ ਮੋਹਰ ਜਿਹੜੀ ਹੈਗੀ ਹੈ ਇਹਨਾਂ ਦੇ ਮੰਗਾਂ ਦੇ ਉੱਤੇ ਲਾਣੀ ਪਵੇਗੀ। ਤੇ ਨਿੱਕੇ ਦੂਸਰਾ ਕੋਈ ਜਿਹੜਾ ਹੈਗਾ ਕੈਪਟਨ ਸਰਕਾਰ ਦੇ ਸਾਹਮਣੇ ਕੋਈ ਰਾਹ ਬਚਦਾ ਨਹੀਂ ਨਜ਼ਰ ਆ ਰਿਹਾ ਕਿ ਇੱਥੇ ਕਿ ਨਾ ਬੈਨਰ ਫੜਿਆ ਗਿਆ ਹੈ ਟੀਚਰਾਂ ਦੇ ਵੱਲੋਂ। ਬੈਨਰ ਬੜਾ ਖਾਸ ਹੈਗਾ ਤੇ ਬੈਨਰ ਮੈਂ ਦਿਖਾਵਾਂਗਾ ਆਪਣੇ ਹਰਵਿੰਦਰ ਸਾਥੀ ਨੂੰ ਕਿ ਥੋੜਾ ਬੈਨਰ ਦਿਖਾ ਦੇਵੇ, ਫਿਰ ਅਸੀਂ ਪੁੱਛਾਂਗੇ ਜ਼ਰੂਰ ਕਿ ਇਹ ਬੈਨਰ ਦਾ ਅਸਲ ਮਤਲਬ ਕੀ ਹੈ, ਬੈਨਰ ਤੇ ਕੀ ਲਿਖਿਆ ਤੇ ਇਹਨਾਂ ਨੇ ਪੁੱਠਾ ਕਿਉਂ ਕਰ ਦਿੱਤਾ ਸਰਕਾਰ ਨੂੰ, ਜਦੋਂ ਕਿ ਇਹ ਲਿਖਿਆ ਸਿੱਧਾ ਜਾਣਾ ਸੀ। ਅਸੀਂ ਇਹਨਾਂ ਨੂੰ ਪੁੱਛਦੇ ਕਿ ਇਹ ਮਸਲਾ ਆਖਰ ਹੈ ਕੀ? ਇਹ ਸਰ ਮਸਲਾ ਇਹ ਹੱਲ ਹੈ ਕਿ ਕੱਲ ਕੈਪਟਨ ਦਾ ਸਿਆਪਾ ਕਰਨ ਗਏ ਸੀ, ਕੈਪਟਨ ਹੁਣ ਮਰ ਗਿਆ, ਉਹਦੇ ਜਿਹੜੇ ਚੇਲੇ ਚਪਾਟੇ ਆ ਹਾਂਜੀ ਉਹ ਆਪਸ ਵਿੱਚ ਲੜ ਕੇ ਮਤਲਬ ਇਹਨਾਂ ਨੇ ਆਪਾਂ ਸਰਕਾਰ ਡੇਗਤੀ ਹੈ। ਹੁਣ ਇੱਥੋਂ ਗੱਲ ਸ਼ੁਰੂ ਹੁੰਦੀ ਹੈ, ਇਹ ਸਾਡੇ ਨੂੰ ਸਰਕਾਰ ਲਾਰੇ ਦੇ ਰਹੀ ਹੈ, ਲਾਰੇ ਦੇ ਲਾਰਾ ਲਾ ਰਹੀ ਹੈ ਪਿਛਲੇ 18 ਸਾਲਾਂ ਤੋਂ। 1000 ਰੁਪਏ ਤੋਂ ਸ਼ੁਰੂ ਹੋਏ ਸੀਗੇ ਜੀ, ਫਿਰ ਇਹਨਾਂ ਨੇ ਲਾਰੇ ਲਾ ਕੇ ਜਦੋਂ ਤੁਹਾਨੂੰ ਪਤਾ ਸੀਗਾ ਕਿ ਇਹ ਟੀਚਰ ਅਨਕੁਆਲੀਫਾਈਡ ਹੈ ਸਰਕਾਰ ਦੇ ਕਹਿਣ ਅਨੁਸਾਰ, ਵੈਸੇ ਤਾਂ ਟੀਚਰ ਸਾਰੇ ਕੁਆਲੀਫਾਈਡ ਸੀਗੇ, ਇਹ ਕਹਿੰਦੇ ਜੀ ਨਹੀਂ ਜੀ ਤੁਸੀਂ ਕੁਆਲੀਫਾਈਡ ਨਹੀਂ ਆ। ਜਦੋਂ ਕੈਪਟਨ ਸਰਕਾਰ ਵੇਲੇ ਦੀ 2003 ਚ ਸ਼ੁਰੂ ਹੋਈ ਸੀਗੇ, ਉਸ ਤੋਂ ਬਾਅਦ ਬਾਦਲ ਸਰਕਾਰ ਆ ਗਈ, 7 ਵਿੱਚ ਇਹਨਾਂ ਨੂੰ ਕੱਢਤਾ, ਕਹਿੰਦੇ ਜੀ ਤੁਸੀਂ ਕੁਆਲੀਫਾਈਡ ਟੀਚਰ ਨਹੀਂ ਹੈਗੇ ਜੀ। ਜੇ ਕੁਆਲੀਫਾਈਡ ਟੀਚਰ ਨਹੀਂ ਸੀਗੇ ਤੇ ਪਿਛਲੀ ਸਰਕਾਰ ਤੇ ਤੁਸੀਂ ਪਰਚਾ ਕਰਾਓ ਕਿ ਅਸੀਂ ਦੇਸ਼ ਦੇ ਮਤਲਬ ਜਿਹੜੇ ਬੱਚੇ ਪੜ੍ਹਾਏ ਉਹਨਾਂ ਦਾ ਭਵਿੱਖ ਖਰਾਬ ਕੀਤਾ। ਇਹ ਟੀਚਰ ਉਹ ਸੀਗੇ, ਇਹਨਾਂ ਟੀਚਰਾਂ ਨੇ ਪਹਿਲੀ ਤੋਂ ਲੈ ਕੇ 5ਵੀਂ ਤੱਕ ਕਲਾਸਾਂ ਪੜ੍ਹਾਈਆਂ ਜੀ, ਠੀਕ ਹੈ ਜੀ। ਪੂਰੇ 1000 ਰੁਪਏ ਵਿੱਚ ਉਹ ਜਿਹੜੇ ਬੱਚੇ ਪੋਜੀਸ਼ਨਾਂ ਲੈ ਕੇ ਮਤਲਬ ਫਸਟ ਡਿਵੀਜ਼ਨਾਂ 'ਚ ਉਹ ਬੱਚੇ ਪਾਸ ਹੋਏ ਨੇ 5ਵੀਂ ਤੱਕ, ਮਤਲਬ ਜਿਹੜੇ 5 ਬੱਚੇ 5ਵੀਂ ਦੇ 5 ਬੱਚੇ ਉਹ ਫਸਟ ਆਏ। ਤੇ ਸਰਕਾਰਾਂ ਨਕੰਮੀਆਂ ਹੀ, ਮਤਲਬ ਜੇ ਪਰਚਾ ਕਰਾਉਣ, ਜੇ ਮਤਲਬ ਬੱਚੇ ਦਾ ਭਵਿੱਖ ਖਰਾਬ ਹੈ, ਤੁਸੀਂ ਕਿਉਂ ਨਹੀਂ ਉਦੋਂ ਜਦੋਂ ਤੁਸੀਂ ਭਰਤੀ ਬੱਚਿਆਂ ਨੂੰ ਕਰਦੇ ਤੁਸੀਂ ਉਦੋਂ ਕਿਉਂ ਨਹੀਂ ਦੇਖਦੇ ਆ, ਠੀਕ ਹੈ ਜੀ। ਇਹਦਾ ਮਤਲਬ ਹੁਣ ਇੰਨੇ ਸਾਲ ਹੋ ਗਏ ਲਾਰਾ ਲਾਉਂਦਿਆਂ ਨੂੰ, ਫਿਰ ਜਦੋਂ ਆਪਣੇ ਇਹਨਾਂ ਨੇ ਕੋਰਸ ਕਰਵਾਇਆ ਬਾਲ ਸਰਕਾਰ ਨੇ, ਉਹ ਕੋਰਸ ਦੌਰਾਨ ਵੀ ਸਾਡੇ ਸ਼ਹੀਦ ਕਿਰਨਜੀਤ ਕੌਰ ਜੀ ਦੀ ਡੈਥ ਹੋਈ ਆ। ਫਿਰ ਤੁਸੀਂ ਇਹ ਮਤਲਬ ਇਹ ਚਾਹੁੰਦੇ ਕਿ ਫਿਰ ਸਰਕਾਰ ਇਹਨਾਂ ਦੁਬਾਰਾ ਰੂਤ ਦੀ ਬਲੀ ਲਈ ਹੈ, ਬੇਟੀ ਰੂਤ ਦੀ ਬਲੀ ਹੈ। ਉਸ ਤੋਂ ਬਾਅਦ ਜਾ ਕੇ ਤਾਂ ਕਿ 2014 ਚ ਇਹਨਾਂ ਨੇ ਨੌਕਰੀ ਦਿੱਤੀ ਹੈ, ਉਹ ਵੀ 5000 ਦੀ ਦਿੱਤੀ ਹੈ ਜੀ। ਤੁਸੀਂ ਦੱਸੋ, ਇਹਨਾਂ ਨੇ ਸਰਕਾਰ ਇਹਨਾਂ ਨੇ ਕੋਰਸ ਵੀ ਕਰਵਾਇਆ, 2-2 ਲੱਖ ਰੁਪਏ 1.5 ਲੱਖ ਰੁਪਈਆ ਕੋਰਸ ਕਰਾ ਕੇ ETT ਕਰਵਾਈ ਸੀ ਇਹਨਾਂ ਨੇ। ਉਹ ਦੇਖੋ ਤੁਸੀਂ, ਉਹਦਾ ਫਿਰ ਮਤਲਬ ਬੱਚੀ ਦਾ। ਤੇ ਉਸ ਤੋਂ ਬਾਅਦ ਕਹਿੰਦੇ ਜੀ ਰੁਪਈਆ 6000 ਕੀਤਾ। 5 ਸਾਲਾਂ ਬਾਅਦ ਕੈਪਟਨ ਸਰਕਾਰ ਨੇ 1000 ਰੁਪਈਆ ਵਧਾਇਆ ਜੀ। ਜਿਹੜੇ ਉਦੋਂ 5000 ਲੈ ਰਹੇ ਸੀਗੇ ਉਹ ਉਹਨਾਂ ਦੇ ਸਟੇਸ਼ਨ ਨੇੜੇ ਸੀਗੇ, ਬਦਲੀਆਂ ਵੀ ਕਰਤੀਆਂ, 10 ਤੋਂ 15 20 ਕਿਲੋਮੀਟਰ ਤੇ ਚੱਕ ਕੇ ਮਾਰੇ ਆ, ਉਲਟਾ ਸਾਡੀ ਜੇਬ ਚੋਂ ਹੀ ਕੱਢ ਲਿਆ ਜੀ। ਮਤਲਬ 5000 ਤਨਖਾਹ 5 ਮਿਲਦੀ ਸੀ ਤਨਖਾਹ, 1000 ਵਧਾਇਆ 6 ਹੋ ਗਏ, 6 ਚੋਂ 2-2 3-3000 ਰੁਪਇਆ ਕਿਰਾਇਆ ਲੱਗ ਜਾਂਦਾ ਜੀ। ਆਖਰੀ ਲਾਈਨ ਮੈਂ ਆਪ ਪੜ੍ਹ ਦਿੰਦਾ, ਨਹੀਂ ਚਾਹੁੰਦਾ ਪੰਜਾਬ ਕੈਪਟਨ ਦੀ ਸਰਕਾਰ, ਡੰਡਾ ਜਿਹੜਾ ਹੈਗਾ ਉਹ ਹੁਣ ਥੱਲੇ ਦੀ ਥਾਂ ਤੇ ਉੱਪਰ ਆ ਗਿਆ। ਤੇ ਮੈਂ ਚਾਹੁੰਦਾ ਕਿ ਜਿਹੜੀ ਇਹ ਲਾਈਨ ਹੈਗੀ ਆ, ਰਮਜਾਂ ਹੁੰਦੀਆਂ ਨੇ ਟੀਚਰ ਦੀਆਂ, ਟੀਚਰ ਜਦੋਂ ਪੜ੍ਹਾਉਂਦਾ ਸਕੂਲ ਦੇ ਵਿੱਚ ਉਦੋਂ ਵੀ ਬੱਚੇ ਨੂੰ ਹਰ ਵਾਰ ਮਾਰਦਾ ਨਹੀਂ ਹੈ, ਰਮਜਾਂ ਨਾਲ ਵੀ ਸਮਝਾਉਂਦਾ ਹੈ। ਤੇ 2022 ਬਹੁਤ ਨੇੜੇ ਹੈ, ਕੈਪਟਨ ਸਰਕਾਰ ਨੂੰ ਇਹਨਾਂ ਲਾਈਨਾਂ ਦਾ, ਇਸ ਪੁੱਠੇ ਡੰਡੇ ਦਾ ਜਾਂ ਇਸ ਬੈਨਰ ਦਾ ਜਿਹੜਾ ਹੈਗਾ ਮਤਲਬ ਜ਼ਰੂਰ ਸਮਝ ਲੈਣਾ ਚਾਹੀਦਾ ਹੈ, ਕਿਉਂਕਿ ਦੂਜਾ ਪੰਜਾਬ ਕੈਪਟਨ ਦੀ ਸਰਕਾਰ ਜੀ, ਦੂਜਾ ਕੋਈ ਸ਼ਾਇਦ ਕੈਪਟਨ ਸਰਕਾਰ ਦੇ ਨੇੜੇ ਕੋਈ ਰਸਤਾ ਨਹੀਂ ਬਚਦਾ ਹੈ। ਕੈਮਰਾਮੈਨ ਹਰਿੰਦਰ ਦੇ ਨਾਲ ਮੈਂ ਜਗਜੀਵਨ ਮੀਤ, ਮੋਹਾਲੀ।
ਮੈਮ ਦਾ ਹੈ ਆ ਸਰਕਾਰ ਹੈ, ਅਸੀਂ ਸਰਕਾਰ ਨੂੰ ਪੁੱਛ ਕਰ ਚੁੱਕੇ। ਇਹਦਾ ਅਸਲ ਮੀਨਿੰਗ ਆਹ ਹੈ, ਉੱਥੇ ਟੰਗ ਦਿੱਤੀ ਹੈ ਕੱਲ ਮੈਨੂੰ ਕਈ ਵੀਰ ਕਹੀ ਕਿ ਸਿੱਧਾ ਕਰ ਅਸੀਂ ਕਿ ਨਹੀਂ ਕਰਨੀ। ਮੈਂ ਇਹਨਾਂ ਨੂੰ ਕਿਹਾ ਗਾਈਡਨ ਓਕੇ ਹੈ, ਡਾਕਟਰ ਮੈਨੂੰ ਪਸੰਦ ਆ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਸੀਂ ਇਸ ਤਰ੍ਹਾਂ ਨਾਲ ਇਹ ਤਾਂ ਕਹਿ ਸਕਦੇ ਹਾਂ ਵੀ ਸਰਕਾਰ ਕੀ ਕਰਦੀ ਹੈ, ਇਹਨੂੰ ਸਮਝਣਾ ਨਹੀਂ ਗੱਲ ਉੱਠਦੀਆਂ ਹੈ ਉਹ ਲਹਿਰਾਂ ਉੱਠਦੀਆਂ ਕਿ ਦੇਖੋ ਜਿਕਣਾ ਛਾਂ ਹੈ ਸਭ ਨੂੰ ਦਰਖਤ ਬਰਾਬਰ ਦਿੰਦਾ ਹੈ। ਸਾਥ ਦੇਣ ਦੇ ਬਹੁਤ ਵੱਡੇ ਮਾਇਨੇ ਨੇ ਤੇ ਸਾਥ ਦੇਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇੱਥੇ ਆਪਾਂ ਜਿਹੜਾ ਤੁਸੀਂ ਪ੍ਰਦਰਸ਼ਨ ਦੇਖ ਰਹੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟ ਦੇ ਬਾਹਰ, ਉਹ ਕੱਚੇ ਮੁਲਾਜ਼ਮਾਂ ਦਾ ਹੈ। ਕੱਚੇ ਮੁਲਾਜ਼ਮ ਲਈ ਆਪਣੀਆਂ ਮੰਗਾਂ ਦੇ ਲਈ ਇੱਥੇ 22 ਦਿਨਾਂ ਤੋਂ ਜਿਹੜਾ ਹੈਗਾ ਆਪਣਾ ਪ੍ਰਦਰਸ਼ਨ ਕਰ ਰਹੇ ਨੇ। ਪਰ ਇਹੋ ਜਿਹੇ ਵੀ ਲੋਕ ਨੇ, ਇਹੋ ਜਿਹੇ ਵੀ ਟੀਚਰ ਨੇ ਜਿਹੜੇ ਰੈਗੂਲਰ ਹੁੰਦੇ ਹੋਏ ਵੀ ਆਪਣੇ ਫਰੰਟ ਦੇ ਨਾਲ ਜਿਹੜੇ ਟੀਚਰ ਨੇ, ਕੱਚੇ ਮੁਲਾਜ਼ਮ ਨੇ, ਆਪਣੀਆਂ ਮੰਗਾਂ ਦੇ ਲਈ ਇੱਥੇ ਲੜ ਰਹੇ ਨੇ, ਸੰਘਰਸ਼ ਕਰ ਰਹੇ ਨੇ, ਉਹਨਾਂ ਦਾ ਸਾਥ ਦੇ ਰਹੇ ਨੇ। ਫਿਰੋਜ਼ਪੁਰ ਤੋਂ ਸਾਡੇ ਨਾਲ ਪ੍ਰੇਮ ਕੰਬੋਜ ਜੀ ਨੇ ਜਿਹੜੇ ਇਹਨਾਂ ਦੇ ਜਾਣ ਨਾਲ ਕੱਚੇ ਮੁਲਾਜ਼ਮਾਂ ਦੇ ਨਾਲ ਜਿਹੜੇ ਹੈਗੇ ਆਪਣੇ ਟੀਚਰ ਨੇ, ਉਹਨਾਂ ਦਾ ਸਾਥ ਦੇਣ ਵਾਸਤੇ ਸਿਰਫ ਇਕਲਾਕੀ ਫਰਜ਼ ਸਮਝਦੇ ਹੋਏ ਆਪਣੇ ਇਹਨਾਂ ਨਾਲ ਆਏ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੇ ਉਹਨਾਂ ਦੇ ਮਨ ਵਿੱਚ ਖਿਆਲ ਆਇਆ, ਇਹ ਖਿਆਲ ਕਿਉਂ ਆਇਆ ਤੇ ਸਾਥ ਦੇਣ ਦਾ ਜਿਹੜਾ ਹੈਗਾ ਇਹ ਉਹਨਾਂ ਨੇ ਕਿਉਂ ਕੋਸ਼ਿਸ਼ ਪਹਿਲ ਜਾ ਕਿਉਂ ਕੀਤੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਪ੍ਰੇਮ ਜੀ, ਤੁਸੀਂ ਫਾਜ਼ਿਲਕਾ ਤੋਂ ਆਏ ਹੋ ਨਾ, ਤੁਸੀਂ ਰੈਗੂਲਰ ਟੀਚਰ ਹੋ। ਪਹਿਲਾ ਸਵਾਲ ਮੈਂ ਪੁੱਛਾਂਗਾ, ਡਰ ਨਹੀਂ ਲੱਗਦਾ ਤੁਸੀਂ ਸਾਥ ਦੇ ਰਹੇ ਹੋ? ਬਿਲਕੁਲ ਨਹੀਂ, ਕੋਈ ਡਰ ਨਹੀਂ ਹੈ। ਸਾਡੇ ਭੈਣਾਂ ਭਰਾ ਹੈਗੇ ਆ, ਸਾਡੇ ਪਰਿਵਾਰ ਹੈਗੇ ਆ, ਔਰ ਸਾਡੇ ਨਾਲ ਦਿਨ ਰਾਤ ਜਿਹੜਾ ਹੈਗਾ ਉਹ ਜੌਬ ਦੇ ਵਿੱਚ ਕੰਮ ਕਰ ਰਹੇ। ਔਰ ਪਿਛਲੇ ਲੰਬੇ ਸਮੇਂ ਤੋਂ 18 ਸਾਲ 15 ਸਾਲ ਤੋਂ ਇਹ ਸਾਥੀ ਜਿਹੜੇ ਹੈਗੇ ਆ ਸਾਡੇ ਭੈਣਾਂ ਭਰਾਵਾਂ ਦੀ ਤਰ੍ਹਾਂ, ਕਿਉਂਕਿ ਸਕੂਲ ਦੇ ਵਿੱਚ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਹੈਗੇ ਆ। ਤਾਂ ਔਰ ਨਿਗੂਣੀਆਂ ਜੀਆਂ ਤਨਖਾਹਾਂ ਵੇਖੋ ਇਹਨਾਂ ਦੀਆਂ 15-18 ਸਾਲ ਤੋਂ। ਪਹਿਲਾਂ ਜਿਹੜਾ ਜਦੋਂ ਇਹਨਾਂ ਦੀ ਭਰਤੀ 2003 ਦੇ ਵਿੱਚ 2002 ਦੇ ਵਿੱਚ ਕੀਤੀ ਸੀ ਤਾਂ 1000 ਰੁਪਇਆ ਤਨਖਾਹ ਤੋਂ ਸ਼ੁਰੂ ਕਰਕੇ, ਔਰ ਹੁਣ ਜਿਹੜਾ ਹੈਗਾ ਉਹ ਥੋੜਾ ਬਹੁਤ ਇਹਨਾਂ ਦਾ ਜਿਹੜਾ ਹੈਗਾ ਵਾਧਾ ਕਰਦੇ ਹੋਏ 6000 ਰੁਪਇਆ ਤੱਕ। ਔਰ ਜਿਹੜੇ ਐਜੂਕੇਸ਼ਨ ਪ੍ਰੋਵਾਈਡਰ ਹੈਗੇ ਆ ਉਹਨਾਂ ਦੀ 10000 ਤੇ ਇਹਨਾਂ ਨੇ ਤਨਖਾਹ ਜਿਹੜੀ ਆ ਕੇ ਰੋਕਤੀ। ਔਰ ਇਹਨਾਂ ਦੀ ਜਿਹੜੀ ਅੱਜ ਜਿਹੜੀ ਹੱਕੀ ਮੰਗ ਹੈ ਉਹਦੇ ਸਮਰਥਨ ਵਿੱਚ ਅਸੀਂ ਇਸ ਕਰਕੇ ਖੜੇ ਹੈਗੇ ਆ ਵੀ ਤੁਸੀਂ ਵੈਸੇ ਜਿਹੜਾ ਹੈਗਾ ਪਰਮਾਨੈਂਟ ਗੱਲ ਕਰਦੇ ਹੈਗੇ ਹੋ ਵੀ ਅਸੀਂ ਰੈਗੂਲਰ ਭਰਤੀ ਕਰਾਂਗੇ, ਤਾਂ ਜਿਹੜੇ ਇਹ ਲੰਮੇ ਸਮੇਂ ਤੋਂ ਵਿਚਾਰੇ ਸਾਥੀ ਜਿਹੜੇ ਹੈਗੇ ਸਾਡੇ ਨਾਲ ਸਕੂਲਾਂ 'ਚ ਕੰਮ ਕਰ ਰਹੇ ਹੈ, ਪਹਿਲਾਂ ਉਹਨਾਂ ਨੂੰ ਉਹਨਾਂ ਦੇ ਤਜਰਬੇ ਦੇ ਆਧਾਰ ਤੇ ਬਿਨਾਂ ਕਿਸੇ ਸ਼ਰਤ ਤੋਂ ਉਹਨਾਂ ਨੂੰ ਪੱਕੇ ਕਿਉਂ ਨਹੀਂ ਕਰਦੇ ਹੈਗੇ? ਹਾਲਾਂਕਿ ਉਹਨਾਂ ਨੂੰ ਜਿਹੜਾ ਹੈਗਾ ਮੌਜੂਦਾ ਕ੍ਰਾਈਟੇਰੀਆ ਦੇ ਮੁਤਾਬਕ ਜਿਹੜਾ ਹੈਗਾ ਪ੍ਰੀ ਪ੍ਰਾਇਮਰੀ ਕਲਾਸਾਂ ਦਿੱਤੀਆਂ ਗਈਆਂ ਹੈਗੀਆਂ, ਜਿਹੜੀਆਂ ਕਿ 3 ਤੋਂ 5 ਸਾਲ ਦੇ ਬੱਚੇ ਜਿਹੜੇ ਹੈਗੇ ਆ ਉਹ ਇਹ ਪੜ੍ਹਾ ਰਹੇ ਹੈਗੇ ਔਰ ਬੜੇ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਹੈਗੇ ਆ। ਔਰ ਅੱਜ ਜੇ ਇੱਕ ਵਧੀਆ ਟੈਗ, ਇਹ ਕਹ ਲਓ ਇੱਕ ਵਧੀਆ ਮਾਰਕਾ ਜਿਹੜਾ ਹੈਗਾ ਉਹ ਪੰਜਾਬ ਨੂੰ ਲੱਗਿਆ ਹੈਗਾ ਐਜੂਕੇਸ਼ਨ ਸਿਸਟਮ ਦੇ ਵਿੱਚ, ਔਰ ਬਹੁਤ ਵਧੀਆ ਉਪਲਬਧੀ ਹਾਸਲ ਹੋਈ ਹੈ। ਸਮਾਰਟ ਸਕੂਲ ਇਹਨਾਂ ਨੇ ਬਣਾਏ ਹੈ, ਇਹਨਾਂ ਅਧਿਆਪਕਾਂ ਨੇ। ਆ ਭੈਣਾਂ ਖੜੀਆਂ ਹੈਗੀਆਂ, ਸਾਡੇ ਵੀਰ ਖੜੇ ਹੈਗੇ ਆ, ਤਾਂ ਸਾਡਾ ਆਪਦਾ ਪਰਿਵਾਰ ਹੈ। ਇਸ ਕਰਕੇ ਸਾਨੂੰ ਇਹਨਾਂ ਨਾਲ ਦਿਲੀ ਹਮਦਰਦੀ ਹੋਈ ਔਰ ਇਹਨਾਂ ਦਾ ਦਰਦ ਅਸੀਂ ਜਿਹੜਾ ਹੈਗਾ ਉਹ ਸਮਝਿਆ। ਔਰ ਅਸੀਂ ਕਹਿੰਦੇ ਹੈਗੇ ਆ ਵੀ ਅਸੀਂ ਤਨ ਮਨ ਧਨ ਦੇ ਨਾਲ ਇਹਨਾਂ ਦੇ ਨਾਲ ਅੱਜ ਵੀ ਖੜੇ ਆ, ਜਦੋਂ ਤੱਕ ਇਹਨਾਂ ਨੂੰ ਪੱਕੇ ਆਰਡਰ ਜਿਹੜੇ ਹੈਗੇ ਆ ਰੈਗੂਲਰ ਪੇ ਦੇ ਉੱਪਰ, ਰੈਗੂਲਰ ਜੋ ਇਹਨਾਂ ਦਾ ਹੱਕ ਬਣਦਾ ਹੈਗਾ ਉਹ ਨਹੀਂ ਮਿਲ ਜਾਂਦਾ। ਜੀ ਇੱਕ ਸਵਾਲ ਇੱਕ ਹੋਰ ਹੈ, ਤੁਸੀਂ ਰੈਗੂਲਰ ਹੋ, ਤੁਹਾਡੇ ਨਾਲ ਵੀ ਟੀਚਰ ਜਿਹੜੇ ਹੁਣੇ ਕੱਚੇ ਅਧਿਆਪਕ ਪੜ੍ਹਾਉਂਦੇ ਹੋਣਗੇ, ਤੁਸੀਂ ਉਹਨਾਂ ਦੀ ਜਿਹੜੀ ਸਮੱਸਿਆਵਾਂ ਨੇ ਤੁਸੀਂ ਨੇੜਿਓਂ ਦੇਖਦੇ ਹੋ। ਇਹ ਤਾਂ ਚਲੋ ਇੱਕ ਵੱਡਾ ਇਕੱਠ ਹੈ ਤੇ ਇੱਕ ਵੱਡਾ ਮੈਮੋਰੈਂਡਮ ਹੈਗਾ ਇੱਥੇ, ਤੁਸੀਂ ਉਹਨਾਂ ਨੂੰ ਸਰਕਾਰ ਤੱਕ ਕਿੱਦਾਂ ਪਹੁੰਚਾਉਣਾ ਹੋਵੇ? ਜਿਹੜੀਆਂ ਸਮੱਸਿਆਵਾਂ ਇਹ ਚੱਲਦੇ ਨੇ, ਇੱਕ ਮਾਨਸਿਕ ਪੀੜਾ ਹੁੰਦੀ ਕਿ ਮੇਰੇ ਨਾਲ ਰੈਗੂਲਰ ਜਿਹੜਾ ਸਟਾਫ ਹੈਗਾ, ਇੱਕ ਕੱਚਾ ਸਟਾਫ ਹੈਗਾ, ਇਹ ਵੀ ਇੱਕ ਪੀੜਾ ਹੁੰਦੀ ਅਲੱਗ-ਅਲੱਗ ਨਾ ਟੀਚਰਾਂ ਦੇ ਵਿਚਾਲੇ, ਇੱਕ ਜਿਹੜਾ ਕਹਿ ਲਓ ਕਿ ਮਾਨਸਿਕਤਾ ਚੱਲਦੀ ਹੈਗੀ ਹੈ। ਤੁਸੀਂ ਸਰਕਾਰ ਨੂੰ ਕਿਵੇਂ ਇਹਨਾਂ ਦੀਆਂ ਸਮੱਸਿਆਵਾਂ ਦੱਸੋਗੇ ਸਾਰੀਆਂ? ਨਹੀਂ, ਉਹ ਤਾਂ ਪੀੜਾ ਤਾਂ ਦੇਖੋ ਇਹਨਾਂ ਦੇ ਘਰ ਚਲਾਉਣੇ ਅੱਜ ਬਹੁਤ ਇਹਨਾਂ ਨੂੰ ਮੁਸ਼ਕਲ ਹੋਏ ਪਏ ਹੈਗੇ। ਸਭ ਤੋਂ ਵੱਡੀ ਗੱਲ ਤਾਂ ਆਪਾਂ ਕਹਿੰਦੇ ਹੈਗੇ ਵੀ ਪਰਿਵਾਰ ਵੀ ਚਲਾਉਣਾ ਹੈ। ਦੂਜੇ ਪਾਸੇ ਸੇਵਾ ਹੈਗੀ ਹੈ, ਜੌਬ ਹੈਗੀ ਹੈ, ਉਹ ਆਪਣੇ ਲੈਵਲ ਤੇ ਹੈਗੀ ਹੈ, ਉਹ ਇਹ ਬਖੂਬੀ ਨਿਭਾ ਰਹੇ ਹੈਗੇ। ਉਹਦੇ ਵਿੱਚ ਸਾਨੂੰ ਤਾਂ ਕੋਈ ਸ਼ੱਕ ਸੁਭਾ ਹੈ ਨਹੀਂ, ਅਸੀਂ ਤਾਂ ਹੀ ਇਹਨਾਂ ਦੇ ਨਾਲ ਖੜੇ ਹੈਗੇ ਆ। ਤਾਂ ਇਹਨਾਂ ਦੇ ਘਰ ਚਲਾਉਣ ਦਾ ਪ੍ਰਬੰਧ ਤਾਂ ਕਰੋ ਨਾ ਘੱਟੋ ਘੱਟ। ਵੀ ਇਹਨਾਂ ਦੀ ਦੇਖੋ ਤਨਖਾਹਾਂ ਵਧਾਉਣ ਵਾਲੇ ਪਾਸੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਹੈਗੇ ਆਨਾਕਾਨੀ ਕਰਦੇ ਰਹੇ, ਮੀਟਿੰਗਾਂ ਕਰਦੇ ਰਹੇ, ਪੱਕੇ ਤਾਂ ਇਹਨਾਂ ਨੇ ਕੀ ਕਰਨਾ ਸੀ, ਤਨਖਾਹਾਂ ਵੀ ਨਹੀਂ ਵਧਾਈਆਂ। ਹੁਣ 6000 ਦੇ ਵਿੱਚ ਤੁਸੀਂ ਵੇਖੋ ਇੱਕ ਪਰਿਵਾਰ ਦਾ ਗੁਜ਼ਾਰਾ, ਇੱਕ ਜੀ ਦਾ ਗੁਜ਼ਾਰਾ ਨਹੀਂ ਹੋ ਸਕਦਾ 6000 ਦੇ ਵਿੱਚ। ਜੇ ਕਰਕੇ ਵਿਖਾ ਦੇਣਾ ਜਿਹੜੀਆਂ ਮਿਨਿਸਟਰੀਆਂ ਤੇ ਜਿਹੜੇ ਆਫਿਸਰ ਲੌਬੀਆਂ ਬੈਠੀਆਂ ਹੈਗੀਆਂ, ਤੇ ਮੈਨੂੰ ਦੱਸ ਦੇਣ ਵੀ ਕਿਹੜਾ ਬੰਦਾ 6000 ਦੇ ਵਿੱਚ ਆਪਣਾ ਮਹੀਨੇ ਦਾ ਗੁਜ਼ਾਰਾ ਜਿਹੜਾ ਹੈਗਾ ਉਹ ਕਰ ਲਊਗਾ। ਔਰ ਫਿਰ ਤਨਖਾਹਾਂ ਰੁਕ ਜਾਂਦੀਆਂ ਹੈਗੀਆਂ, ਸਾਨੂੰ ਉਹਦੇ ਵਾਸਤੇ ਵੀ ਸਟਰਗਲ ਕਰਨੀ ਪੈਂਦੀ ਹੈਗੀ ਹੈ। BPO ਆਫਿਸ ਜਾਂ DO ਆਫਿਸ ਤੇ ਜਿਹੜੇ ਹੈਗੇ ਉਹ ਵੀ ਸਾਨੂੰ ਵੱਖਰੇ ਤੌਰ ਤੇ ਸਟਰਗਲ ਕਰਨੀ ਪੈਂਦੀ ਹੈ ਵੀ ਇਹਨਾਂ ਦੀ ਇੰਨੀ ਗਰੀਬ ਮਾਰੂ ਨੀਤੀਆਂ ਤੁਸੀਂ ਕਾਹਤੋਂ ਘੜੀ ਜਾਂਦੇ ਹੈਗੇ ਹੋ ਵੀ ਦਫ਼ਤਰਾਂ ਦੇ ਵਿੱਚ ਬੈਠ ਕੇ ਇਹਨਾਂ ਨੂੰ ਸਮੇਂ ਸਿਰ ਤਨਖਾਹ ਤਾਂ ਦੇ ਦਿਓ। ਔਰ ਹੁਣ ਮੁੱਦਾ ਜਿਹੜਾ ਹੈਗਾ ਸਾਨੂੰ ਇਸ ਕਰਕੇ ਹਮਦਰਦੀ ਇਹਨਾਂ ਨਾਲ ਤਾਂ ਜ਼ਿਆਦਾ ਹੋ ਰਹੀ ਹੈ ਵੀ ਇਹਨਾਂ ਨੂੰ ਤਾਂ ਇਹਨਾਂ ਨੇ ਮੀਟਿੰਗਾਂ ਦੇ ਲਾਰੇ ਦੇ ਕੇ ਅੱਜ ਪੱਕੇ ਕਰਦੇ ਆ, ਕੱਲ ਪੱਕੇ ਕਰਦੇ ਆ। ਔਰ ਆਹੀ ਕੈਪਟਨ ਸਾਹਿਬ ਜਦੋਂ ਪਿਛਲੀ ਵਾਰ ਸੱਤਾ ਦੇ ਵਿੱਚ ਆਏ ਸੀ, ਉਸ ਤੋਂ ਪਹਿਲਾਂ ਐਸੇ ਦਰੀ ਦੇ ਉੱਪਰ ਬੈਠ ਕੇ ਇਹਨਾਂ ਦੇ ਨਾਲ ਇੱਕ ਐਗਰੀਮੈਂਟ ਕਰਕੇ ਗਏ ਸੀ, ਇੱਕ ਐਡਾ ਵੱਡਾ ਵਿਸ਼ਵਾਸ ਦੇ ਕੇ ਗਏ ਸੀ ਜਿਹੜਾ ਕਿ ਅਸੀਂ ਕਹਿੰਦੇ ਆ ਸਰਾਸਰ ਧੋਖਾ ਕੀਤਾ ਇਹਨਾਂ ਨਾਲ। ਐਸੇ ਦਰੀ ਦੇ ਉੱਤੇ ਬੈਠ ਕੇ ਕਹਿੰਦੇ ਜੀ 6000 ਦੇ ਵਿੱਚ ਤੁਸੀਂ ਗੁਜ਼ਾਰਾ ਕਿਵੇਂ ਕਰਦੇ ਹੋ, ਇਹਨਾਂ ਸਾਥੀਆਂ ਨੂੰ ਪੁੱਛਦੇ ਸੀ ਤੇ ਕਹਿੰਦੇ ਸੀ ਵੀ 6000 ਤਾਂ ਮੇਰਾ ਜਿਹੜਾ ਹੈਗਾ ਉਹ ਮਾਲੀ ਲੈ ਰਿਹਾ ਹੈਗਾ, ਤੇ ਤੁਸੀਂ ਇੱਕ ਅਧਿਆਪਕ ਹੋ, ਟੀਚਰ ਹੋ, ਕੌਮ ਦੇ ਨਿਰਮਾਤਾ ਹੈਗੇ ਹੋ,
ਠੀਕ ਹੈ, ਤੁਸੀਂ ਦੇਸ਼ ਦਾ ਭਵਿੱਖ ਤਿਆਰ ਕਰਨਾ ਹੈਗਾ, ਤੁਸੀਂ ਕਿੰਨੀ ਤਰ੍ਹਾਂ ਦੀਆਂ ਕੈਟਾਗਰੀਆਂ ਪੈਦਾ ਕਰਦੇ ਹੈਗੇ ਹੋ ਤੇ ਤੁਹਾਡਾ ਭਵਿੱਖ ਜਿਹੜਾ ਹੈਗਾ ਉਹ ਸਾਡੇ ਤੋਂ ਵੀ ਇੰਨਾ ਦੇਖਿਆ ਨਹੀਂ ਜਾਂਦਾ ਹੈਗਾ। ਦੇਖੋ ਉਹ ਇਹ ਦਰੀ ਦੇ ਉੱਪਰ ਬੈਠ ਕੇ ਸ਼ਬਦ ਕਹਿ ਗਏ ਤੇ ਕਹਿੰਦੇ ਮੈਨੂੰ ਸੱਤਾ ਦੇ ਵਿੱਚ ਲਿਆ ਦਿਓ, ਪਹਿਲੀ ਹੀ ਮੀਟਿੰਗ ਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਆ ਪੱਕੇ ਆਰਡਰ ਜਿਹੜੇ ਹੈਗੇ ਆ ਉਹ ਬਿਨਾਂ ਕਿਸੇ ਸ਼ਰਤ ਤੋਂ ਤੁਹਾਨੂੰ ਪੱਕੇ ਕਰਾਂਗੇ ਅਸੀਂ ਤੁਹਾਡੇ ਤਜਰਬੇ ਦੇ ਆਧਾਰ ਤੇ ਔਰ ਪੱਕਾ ਸਕੇਲ ਦੇਵਾਂਗੇ ਤੁਹਾਨੂੰ, ਔਰ ਕੋਈ ਸ਼ਰਤ ਨਹੀਂ ਰੱਖੀ ਇਹਦੇ ਵਿੱਚ। ਔਰ ਦੇਖ ਲਓ ਸਰਕਾਰ ਬਣਾਤੀ, ਆਪਾਂ ਹੀ ਬਣਾਉਣੀ, ਆਪਾਂ ਆਮ ਵੋਟਰ ਹੈਗੇ ਆ, ਤਾਂ ਦੇਸ਼ ਦੇ ਨਾਗਰਿਕ ਆ, ਆਪਾਂ ਵੋਟਰ ਆ, ਹਰ ਸਰਕਾਰ ਨੂੰ ਆਪਾਂ ਜਿਹੜਾ ਹੈਗਾ ਚੁਣਦੇ ਹੈਗੇ ਆ, ਸੱਤਾ ਤੇ ਬਿਠਾ ਦਿੱਤਾ। 4.5 ਸਾਲ ਦਾ ਟਾਈਮ ਲੰਘ ਗਿਆ, ਮੀਟਿੰਗਾਂ ਹੋਈਆਂ, ਵਿੱਚ ਸੰਘਰਸ਼ ਦਾ ਦੌਰ ਚੱਲਿਆ, ਉਹਦੇ ਵਿੱਚ ਕੀ ਹੈਗਾ ਕੋਈ ਰਿਜ਼ਲਟ ਨਹੀਂ ਨਿਕਲਿਆ ਹੈਗਾ। ਔਰ ਅੱਜ ਇਸ ਨੌਬਤ ਤੇ ਆ ਗਏ ਵੀ ਅਸੀਂ ਜਿਹੜੀਆਂ ਰੈਗੂਲਰ ਜਥੇਬੰਦੀਆਂ ਹੈਗੀਆਂ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਤੋਂ ਵੀ ਅੱਗੇ ਖੜ ਗਏ ਸੀ। ਇੱਕ ਸਵਾਲ ਹੋਰ ਉੱਠਦਾ, ਜਿਹੜੀਆਂ ਬਾਕੀ ਲੀਡਰ ਨੇ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ 4.5 ਸਾਲ ਤੋਂ ਸਾਰੀਆਂ ਜਥੇਬੰਦੀਆਂ ਚੁੱਪ ਰਹੀਆਂ ਨੇ, ਤਾਂ ਇੱਕਦਮ ਹੁਣ ਸਾਰਾ ਕੀ ਹੋ ਗਿਆ, ਜਿਹੜੇ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ, ਇਹੋ ਜਿਹਾ ਕਿਉਂ ਹੋ ਰਿਹਾ ਬਾਰ-ਬਾਰ? ਚੁੱਪ ਨਹੀਂ ਰਹੀਆਂ, ਉਹਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਆਪਣੇ ਤੌਰ ਤੇ ਜਿਹੜਾ ਹੈਗਾ ਸੰਘਰਸ਼, ਇਹਨਾਂ ਨੇ ਅੱਗੇ ਜਿਹੜਾ ਹੈਗਾ ਰੈਗੂਲਰ ਸਾਥੀਆਂ ਦੇ ਨਾਲ ਸੰਘਰਸ਼ ਵਿੱਢਿਆ ਸੀ, ਉਹਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਹੈਗਾ ਕੋਈ ਮਤਲਬ ਸਰਕਾਰ ਨੇ ਸਾਨੂੰ ਰਿਜ਼ਲਟ ਨਹੀਂ ਦਿੱਤਾ, ਆਊਟਪੁੱਟ ਨਹੀਂ ਦਿੱਤੀ ਕਿਸੇ ਤਰ੍ਹਾਂ ਦੀ। ਹੁਣ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਫਰੰਟ ਲਾਈਨ ਤੇ ਖੜੇ ਕਰਕੇ ਇਹਨਾਂ ਦੇ ਨਾਲ ਜਿਹੜਾ ਹੈਗਾ ਮੋਢੇ ਤੇ ਮੋਢਾ ਨਾਲ ਲਾ ਕੇ ਇਹਨਾਂ ਨੂੰ ਜਿਹੜਾ ਹੈਗਾ ਸਪੋਰਟ ਦਿੱਤੀ ਹੈਗੀ ਹੈ ਵੀ ਹੁਣ ਆਪਾਂ ਜਿਹੜਾ ਹੈਗਾ ਆਪਣੇ ਤੌਰ ਤੇ, ਕਿਉਂਕਿ ਦੇਖੋ ਹੱਕ ਤਾਂ ਇਹ ਸਾਡੇ ਇਹਨਾਂ ਸਾਥੀਆਂ ਦੇ ਹੈਗੇ, ਲੈਣੇ ਦਿਵਾਉਣੇ ਅਸੀਂ ਹੈਗੇ ਕਿਸੇ ਵੀ ਤਰੀਕੇ ਹੈ, ਇਹਨਾਂ ਨੇ ਵੀ ਜ਼ੋਰ ਲਾਉਣਾ ਹੈਗਾ, ਅਸੀਂ ਵੀ ਜ਼ੋਰ ਲਾਣਾ, ਅਸੀਂ ਸਪੋਰਟ ਦੇ ਵਿੱਚ ਖੜੇ ਆ ਤਨ ਮਨ ਤਨ ਦੇ ਨਾਲ। ਰੈਗੂਲਰ ਤੁਹਾਨੂੰ ਪਤਾ ਜੀ ਸਾਨੂੰ ਅਸੀਂ ਇਹਨਾਂ ਰਸਤਿਆਂ ਤੋਂ ਨਿਕਲੇ ਹੋਏ ਆ, ਨਿਕਲੇ ਤਸ਼ੱਦਦ ਚੱਲੇ ਹੋਏ ਨੇ। ਜੀ ਮੈਂ ਤੁਹਾਨੂੰ ਦੱਸ ਦਿਆਂ 2007 ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ, ਜਦੋਂ ਸਰਕਾਰ ਨੇ ਪੋਸਟਾਂ ਕੱਢੀਆਂ ਸੀ ਤਾਂ ਸਾਨੂੰ ਜਿਹੜਾ ਅਪਾਇੰਟਮੈਂਟ ਲੈਟਰ ਨਹੀਂ ਦੇ ਰਹੇ ਸੀ, ਰੋਕ ਕੇ ਖੜ ਗਏ ਸੀ, ਕਹਿੰਦੇ ਕੋਰਟ ਮੈਟਰ ਹੈਗਾ ਜੀ, ਕਦੇ ਆਹ ਰੂਲ ਨਹੀਂ ਬਣਦਾ ਹੈਗਾ, ਇਸ ਰੂਲ ਮੁਤਾਬਕ ਦੇਣੇ ਆ। ਚਲੋ ਉਹ ਤੁਹਾਡੇ ਮੈਟਰ ਹੈਗੇ, ਸਾਨੂੰ ਤਾਂ ਸਾਡਾ ਰੁਜ਼ਗਾਰ ਚਾਹੀਦਾ ਹੈ ਨਾ, ਅਸੀਂ ਤਾਂ ਆਪਦਾ ਜਿਹੜਾ ਹੈਗਾ ਉਹ ਹੱਕ ਲੈਣ ਵਾਸਤੇ ਦਰੀਆਂ ਸੀ ਵਿਛਾਈਆਂ ਸੀ। ਲਾਜ ਸਾਡੇ ਤਸ਼ੱਦਦ ਜਿਹੜਾ ਕੀਤਾ ਇਹਨਾਂ ਨੇ ਉੱਪਰ ਸ਼ਾਲੀਮਾਰ ਬਾਗ ਹੈ ਕਪੂਰਥਲੇ ਦੇ ਵਿੱਚ, ਮੈਡਮ ਉਪਿੰਦਰਜੀਤ ਕੌਰ ਜੀ ਉਦੋਂ ਸਿੱਖਿਆ ਮੰਤਰੀ ਹੁੰਦੇ ਸੀ, ਤਾਂ ਉੱਥੇ ਇਹਨਾਂ ਨੇ ਸਾਨੂੰ ਜਲ੍ਹਿਆਂਵਾਲਾ ਬਾਗ ਬਣਾ ਕੇ ਜਿਹੜਾ ਹੈਗਾ ਇੰਨਾ ਕੁੱਟ-ਕੁਟਾਪਾ ਚਾੜਿਆ, ਜਿਹੜਾ ਤਸ਼ੱਦਦ ਕੱਲ ਵੇਖਿਆ ਨਾ ਸੇਮ ਉਹੀ ਮੰਜ਼ਰ ਜਿਹੜਾ ਹੈਗਾ ਅਸੀਂ ਘਿਰ ਗਏ ਉੱਥੇ। ਔਰ ਉਸ ਤੋਂ ਬਾਅਦ ਉਹਦੀ ਆਊਟਪੁੱਟ ਜਿਹੜੀ ਨਿਕਲੀ, ਸਰਕਾਰ ਹਿੱਲ ਗਈ ਵੀ ਇਹ ਸਾਨੂੰ ਜਿਹੜਾ ਹੈਗਾ, ਕਿਉਂਕਿ ਉਦੋਂ ਇਹਨਾਂ ਦੇ ਵੀ ਨੁਕਸਾਨ ਬਹੁਤ ਹੋਏ ਸੀ, ਪੁਲਿਸ ਪ੍ਰਸ਼ਾਸਨ ਦਾ ਬਹੁਤ ਵੱਡਾ ਨੁਕਸਾਨ ਅਸੀਂ ਕੀਤਾ ਸੀ ਉਸ ਟਾਈਮ ਦੇ ਵਿੱਚ, ਤਾਂ ਉਸ ਨੁਕਸਾਨ ਨੂੰ ਵੇਖਦੇ ਹੋਏ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਹੱਕ ਦਿੱਤੇ ਜਾਣ। ਸਰਕਾਰ ਆਪਣੇ ਪ੍ਰੈਸ਼ਰ ਦੇ ਵਿੱਚ ਆ ਗਈ। ਔਰ ਅੱਜ ਵੀ ਮੈਂ ਇਹ ਦਾਅਵੇ ਨਾਲ ਕਹਿਣਾ ਹੈਗਾ ਜਿਹੜਾ ਇਹਨਾਂ ਨੇ ਆਹ 2-3 ਹਰਕਤਾਂ ਕੀਤੀਆਂ, ਚਾਹੇ ਉਹ ਬਹੁਤ ਜ਼ਿਆਦਾ ਗਲਤ ਸੀ, ਉਹ ਕੋਈ ਇਨਸਾਨੀਅਤ ਨਹੀਂ ਸੀ ਵੀ ਤੁਸੀਂ ਸਾਡੇ ਹੀ ਮੁਲਾਜ਼ਮ ਸਾਥੀ ਹੈਗੇ, ਉਹਨਾਂ ਤੋਂ ਸਾਨੂੰ ਜਿਹੜਾ ਹੈਗਾ ਆਪਸ ਦੇ ਵਿੱਚ ਪੜ੍ਹਾ ਕੇ ਔਰ ਕੁਟਵਾ ਰਹੇ ਹੈਗੇ ਹੋ ਔਰ ਆਪਣੀਆਂ ਲੀਡਰੀਆਂ ਚਮਕਾ ਰਹੇ ਹੈਗੇ ਹੋ, ਪਹਿਲਾਂ ਦੇ ਵਿੱਚ ਬੈਠੇ ਹੋ, ਬਾਹਰ ਤੁਹਾਨੂੰ ਦਰਦ ਸਮਝ ਹੀ ਨਹੀਂ ਆ ਰਿਹਾ ਕਿਸੇ ਤਰ੍ਹਾਂ ਦਾ, ਤਾਂ ਦਰਦ ਨੂੰ ਸਮਝਣ। ਅਸੀਂ ਤਾਂ ਹੱਥ ਬੰਨ ਕੇ ਇਹੀ ਰਿਕਵੈਸਟ ਫੇਰ ਕਰਦੇ ਹਾਂ ਅੱਜ ਵੀ, ਇਹਨਾਂ ਦਾ ਕੋਈ ਜਾਇਜ਼ ਜਿਹੜਾ ਹੈਗਾ ਜਿਹੜੀ ਮੰਗ ਹੈਗੀ ਨਾ, ਜਾਇਜ਼ ਨਜਾਇਜ਼ ਨਹੀਂ ਹੈ, ਉਹ ਜਾਇਜ਼ ਮੰਗ ਹੈ, ਇੱਕੋ ਇੱਕ ਮੰਗ ਹੈ ਵੀ ਇਹਨਾਂ ਨੂੰ ਬਿਨਾਂ ਸ਼ਰਤ ਜਿਹੜਾ ਇਹਨਾਂ ਦੇ ਅਹੁਦਿਆਂ ਤੇ ਜਿਹੜੇ ਇਹਨਾਂ ਦੀ ਜਿਹੜੀਆਂ ਸੀਟਾਂ ਹੈਗੀਆਂ ਸਕੂਲ ਇਹਨਾਂ ਨੂੰ ਦਿੱਤੇ ਹੋਏ ਆ, ਉੱਥੇ ਇਹਨਾਂ ਨੂੰ ਪੱਕੇ ਕਰ ਦਿਓ, ਪੱਕੇ ਆਰਡਰ ਦਿਓ, ਪੱਕੇ ਸਕੇਲ ਤੇ। ਇੱਕ ਸਵਾਲ ਹੋਰ ਉੱਠਦਾ ਕਿ ਜਿਹੜਾ ਲੜਾਈ ਕੋਈ ਸੌਖੀ ਨਹੀਂ ਹੁੰਦੀ, ਸੰਘਰਸ਼ ਲੰਬੇ ਚੱਲਦੇ ਨੇ, ਇਹ ਵੀ ਸੰਘਰਸ਼ ਲੰਬਾ ਹੋ ਸਕਦਾ। 22 ਦਿਨ ਤਾਂ ਵੈਸੇ ਹੀ ਹੋ ਚੁੱਕੇ ਨੇ। ਜਿਹੜਾ ਕੱਲ ਹੋਇਆ ਕਾਂਡ ਸਾਰਾ, ਕਿਉਂਕਿ ਅਸੀਂ ਇੱਥੇ ਮੌਕੇ ਤੇ ਮੌਜੂਦ ਸੀਗੇ, ਉਹਨੂੰ ਤੁਸੀਂ ਕਿੱਦਾਂ ਵੇਖਦੇ ਹੋ? ਨੈਗੇਟਿਵ ਪੋਜ਼ਿਟਿਵ ਕਿਹੋ ਜਿਹਾ ਤੁਸੀਂ ਦੇਖਦੇ ਹੋ? ਮੈਂ ਦੇਖੋ ਪਹਿਲੇ ਤਾਂ ਇਸ ਦੀ ਘੋਰ ਨਿੰਦਾ ਕਰਦਾ ਹੈਗਾ ਵੀ ਇਹ ਹੋਣਾ ਨਹੀਂ ਚਾਹੀਦਾ ਸੀ, ਜਦੋਂ ਕਿ ਇਹਨਾਂ ਨੇ ਟਾਈਮ ਗੱਲਬਾਤ ਦਾ ਦਿੱਤਾ ਹੋਇਆ ਸੀ, ਕੱਲ ਦਾ ਟਾਈਮ ਜਿਹੜਾ 11 ਵਜੇ ਦਾ ਨਿਸ਼ਚਿਤ ਸੀ, ਜੇ ਉਹ ਇਹਨੂੰ ਮੰਨ ਲੈਂਦੇ ਤੇ ਪਾਣਾ ਨਹੀਂ ਵਰਤਣਾ ਸੀ। ਉਸ ਤੋਂ ਬਾਅਦ ਇਹਨਾਂ ਨੂੰ 1 ਵਜੇ ਦਾ ਅਸੀਂ ਅਲਟੀਮੇਟਮ ਦੇ ਦਿੱਤਾ, ਸਾਰੀਆਂ ਜਥੇਬੰਦੀਆਂ ਅਸੀਂ 1 ਵਜੇ ਦਾ ਟਾਈਮ ਦੇ ਦਿੱਤਾ। ਇੱਥੋਂ ਅਨਾਉਂਸ ਵੀ ਹੋਇਆ ਹੈਗਾ, ਜਿਹੜੀ ਇਹਨਾਂ ਦੀ ਆਪਣੀ ਕੱਚੇ ਅਧਿਆਪਕ ਯੂਨੀਅਨ ਔਰ ਪਲੱਸ ਜਿਹੜੀ ਹੈਗੀ ਆ ਰੈਗੂਲਰ ਅਧਿਆਪਕ ਯੂਨੀਅਨ ਅਸੀਂ ਜਥੇਬੰਦੀਆਂ ਸੀ, ਸਾਰੀਆਂ ਨੇ ਅਲਟੀਮੇਟਮ ਦਿੱਤਾ ਸੀ ਸਰਕਾਰ ਨੂੰ ਵੀ ਸਾਨੂੰ ਜਾਂ ਤਾਂ ਜਿਹੜਾ ਹੈਗਾ ਉਹ 1 ਵਜੇ ਤੱਕ ਮੀਟਿੰਗ ਦਾ ਟਾਈਮ ਦਿਓ, ਸਾਡੇ ਨਾਲ ਅੱਜ ਹੀ ਮਸਲਾ ਹੱਲ ਕਰੋ, ਅਸੀਂ ਅੱਜ ਦਾ ਹੀ ਟਾਈਮ ਲੈ ਕੇ ਤੁਹਾਡੇ ਕੋਲ ਚੱਲੇ ਹਾਂ, ਅਸੀਂ ਮੁੱਕਰੇ ਨਹੀਂ ਹਾਂ ਕਿਸੇ ਗੱਲ ਤੋਂ ਔਰ ਤੁਸੀਂ ਮੁੱਕਰ ਰਹੇ ਹੋ। ਤਾਂ ਇਹਨਾਂ ਨੇ ਜਿਹੜਾ ਮੌਕੇ ਤੇ ਜਿਹੜਾ ਹੈਗਾ ਉਹ 11 ਵਜੇ ਵਾਲੀ ਮੀਟਿੰਗ ਜਿਹੜੀ ਹੈ ਕੈਂਸਲ ਕਰਤੀ, ਕਹਿੰਦੇ ਜੀ ਕੱਲ ਨੂੰ ਕਰਾਂਗੇ। ਤਾਂ ਉਹਦੇ 'ਚ ਸਾਥੀ ਜਿਹੜੇ ਸੀ ਸਾਡੀਆਂ ਯੂਨੀਅਨਾਂ ਸੀ, ਦੇਖੋ ਨੈਚੁਰਲੀ ਗੱਲ ਸੀ, ਭੜਕ ਪਏ ਔਰ ਉਗਰ ਰੂਪ ਜਿਹੜਾ ਹੈਗਾ ਉਹ ਅਸੀਂ ਸਖਤ ਸਟੈਂਡ ਲਿਆ, ਉਹਦੇ ਵਿੱਚ ਅਸੀਂ ਵੀ ਇਹਨਾਂ ਦਾ ਸਾਥ ਦਿੱਤਾ ਹੈਗਾ, ਅਸੀਂ ਮੁੱਕਰਦੇ ਨਹੀਂ ਔਰ ਫਰੰਟ ਲਾਈਨ ਤੇ ਇਹਨਾਂ ਦੇ ਨਾਲ ਜਿਹੜੇ ਹੈਗੇ ਖੜੇ ਆ। ਔਰ ਕੱਲ ਮੈਂ ਖੁਦ ਜਿਹੜਾ ਹੈਗਾ ਉਹ ਉੱਥੇ ਸੰਤਾਪ ਸਾਰਾ ਹੰਡਾਇਆ ਇਹਨਾਂ ਦੇ ਸਾਹਮਣੇ, ਬਿਲਕੁਲ ਜੀ ਇਹਨਾਂ ਦੇ ਨਾਲ। ਤੁਹਾਡੇ ਨਾਲ ਸਾਰੇ ਸਾਥੀ ਫਾਜ਼ਿਲਕਾ ਤੋਂ ਆਏ ਨੇ? ਫਾਜ਼ਿਲਕਾ ਅਸੀਂ ਪੂਰੇ ਪੰਜਾਬ ਤੋਂ ਜਿਹੜਾ ਹੈਗਾ ਮੈਂ ਖੁਦ ਲੀਡ ਕਰ ਰਿਹਾ, ਬੀਐਡ ਅਧਿਆਪਕ ਫਰੰਟ ਪੰਜਾਬ ਵੱਲੋਂ। ਹੋਰ ਜਥੇਬੰਦੀਆਂ ਨਾਲ ਵੀ ਸੰਪਰਕ ਕਰੋ, ਕਿਤੇ ਕਿਸਾਨ ਜਥੇਬੰਦੀਆਂ ਵੀ ਨੇ ਜਾਂ ਹੋਰ ਵੀ ਸਾਰੀਆਂ ਜਿਹੜੀਆਂ ਹੈਗੀ ਜਥੇਬੰਦੀਆਂ ਟੀਚਰਾਂ ਤੋਂ ਇਲਾਵਾ ਜਿਹੜੀਆਂ ਨੇ? ਪਿਛਲੇ 16 ਜੂਨ ਤੋਂ ਜਿਹੜਾ ਹੈਗਾ ਨਾ ਉਹ ਤਕਰੀਬਨ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਸੰਪਰਕ 'ਚ ਨੇ, ਸਾਡੇ ਸਮਰਥਨ ਦੇ ਵਿੱਚ ਨੇ ਔਰ ਕੋਈ ਸਾਨੂੰ ਨਹੀਂ ਲੱਗਦਾ, ਸ਼ੱਕ ਸ਼ੁਬਾ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ ਹਰ ਵਰਗ ਜਿਹੜਾ ਹੈਗਾ ਸਾਨੂੰ ਸਮਰਥਨ ਦੇ ਰਿਹਾ।
ਸਭ ਤੋਂ ਵੱਡੀ ਜਿਹੜੀ ਖੂਬਸੂਰਤ ਇਹ ਗੱਲ ਹੈ ਕਿਸਾਨ ਅੰਦੋਲਨ ਦੀ ਜੇ ਆਪਾਂ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਤੋਂ ਬਾਅਦ ਜਿਹੜੀ ਇੱਕ ਜਥੇਬੰਦੀ ਦੀ ਮੰਨ ਲਓ ਲੜਾਈ ਹੈਗੀ ਕਿਸਾਨਾਂ ਦੀ ਲੜਾਈ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਆਪਣਾ ਹਿੱਸਾ ਪਾਇਆ ਤੇ ਜਿਹੜੀ ਇੱਥੇ ਦੀ ਜਿਹੜੀ ਖੂਬਸੂਰਤੀ ਹੈ ਇਸ ਅੰਦੋਲਨ ਦੀ ਖੂਬਸੂਰਤੀ ਹੈ ਟੀਚਰਾਂ ਦੀ, ਚਾਹੇ ਉਹ ਕੱਚੇ ਮੁਲਾਜ਼ਮ ਆਪਣੀ ਮੰਗਾਂ ਵਾਸਤੇ ਲੜ ਰਹੇ ਨੇ, ਇਹਦੇ ਵਿੱਚ ਜਿਹੜੇ ਰੈਗੂਲਰ ਨੇ ਜਿਹੜੇ ਪੱਕੇ ਚੰਗੀਆਂ ਤਨਖਾਹਾਂ ਲੈ ਰਹੇ ਨੇ ਉਹ ਵੀ ਘਰ-ਬਾਰ ਛੱਡ ਕੇ ਆਪਣੇ ਬੱਚੇ ਛੱਡ ਕੇ ਇੱਥੇ ਇਹਨਾਂ ਦੇ ਮੁੰਡੇ ਦੇ ਨਾਲ ਮੁੰਡਾ ਜੋੜ ਰਹੇ ਨੇ ਤੇ ਆਪਣਾ ਜਿੰਨਾ ਵੀ ਹੈਗਾ ਹਿੱਸਾ ਉਹ ਪੁੱਜਦਾ ਪਾ ਰਹੇ ਨੇ। ਕਹਿੰਦੇ ਨੇ ਘਰ ਛੱਡਣੇ ਬਹੁਤ ਔਖੇ ਨੇ ਪਰ ਕਿਸ ਦੀ ਜਿਹੜੀ ਹੱਕ ਦੀ ਲੜਾਈ ਹੋਵੇ ਤਾਂ ਉੱਥੇ ਫਿਰ ਸਾਰਾ ਕੁਝ ਤਿਆਗਣਾ ਵੀ ਇਨਸਾਨ ਦਾ ਹੀ ਫਰਜ਼ ਹੈ। ਬਹੁਤ ਬਹੁਤ ਧੰਨਵਾਦ ਭੈਣ ਰੂਪਾ ਰਾਣੀ ਜੀ ਗੁਰਦਾਸਪੁਰ ਤੋਂ ਆਪਣੇ ਵਿਚਾਰ ਸਾਂਝੇ ਕਰਕੇ ਗਏ ਨੇ। ਮੈਂ ਹੁਣ ਬੇਨਤੀ ਕਰਾਂਗਾ ਕਿ ਜਿਹੜੇ ਮੇਰੇ ਵੀਰ ਮੈਟ ਦੇ ਉੱਪਰ ਗੱਦੇ ਲਗਾ ਕੇ ਬੈਠੇ ਨੇ, ਆਪਣੇ ਬਹੁਤ ਸਾਰੇ ਸਾਥੀ ਆ ਵੀ ਰਹੇ ਨੇ ਗਿਣਤੀ ਵੱਡੀ 'ਚ, ਉਹ ਗੱਦੇ ਉੱਪਰ ਉਹਨਾਂ ਨੂੰ ਪਲੀਜ਼ ਦੇ ਦਿਓ ਤਾਂ ਕਿ ਉਹ ਆਪਣੇ ਸੰਘਰਸ਼ ਦੇ ਨਾਲ ਹਾਂ ਉਹ ਆਪਣੇ ਪਹਿਲੇ ਦਿਨ ਤੋਂ ਹੀ ਆਪਣੇ ਨਾਲ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਸੰਘਰਸ਼ ਦੇ ਵਿੱਚ ਮੋਹਰੀ ਹੋ ਕੇ ਲੜ ਰਹੇ ਨੇ ਤੇ ਕੱਲ ਵੀ ਉਹਨਾਂ ਦੇ ਸੱਟਾਂ ਲੱਗੀਆਂ ਨੇ। ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਉਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਜੀ। ਉਹ ਆ ਕੇ ਆਪਣੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਭੈਣ ਹਰਮੀਤ ਕੌਰ ਬਾਜਵਾ ਜੀ, ਕਿਸਾਨ ਮਜ਼ਦੂਰ ਏਕਤਾ ਯੂਨੀਅਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫੇਰ ਤੋਂ ਅਸੀਂ ਫਤਿਹ ਦੀ ਬਾਤ ਪਾਵਾਂਗੇ। ਗੁਰੂ ਮਹਾਰਾਜ ਨੇ ਕਿਹਾ ਕਿ ਜਿਹਦੀ ਜ਼ੁਬਾਨ ਤੇ ਫਤਿਹ ਉਹਦੀ ਮੈਦਾਨ 'ਚ ਫਤਿਹ। ਕੱਟ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਕਹਿ ਦਿੱਤਾ ਤੁਹਾਡਾ ਗੁਜ਼ਾਰੂ ਹੋ ਜਾਂਦਾ ਕਹਿ ਦਿੱਤਾ ਮੈਨੂੰ ਕਿਸੇ ਲੋੜ ਵਿਹਾਰ ਦੇ ਨਾਂ ਤੇ ਮੈਨੂੰ ਸ਼ਰਮ ਆਉਂਦੀ ਹੈ ਸ਼ਬਦ ਕਹਿੰਦੇ ਹੋਏ ਕਿ ਮੈਂ ਇਹ ਸ਼ਬਦ ਵਰਤ ਰਹੀ ਹਾਂ। ਇਹਨਾਂ ਮਰਦਾਂ ਦੀ ਸਰਕਾਰ ਹੈ ਤੇ ਪਰਿਵਾਰ ਨੂੰ ਹੈ ਤਾਂ ਸਾਡਾ ਤੁਹਾਡਾ ਪੀੜਾ ਨਹੀਂ ਪਤਾ ਲੱਗ ਰਹੀਆਂ ਕਿ ਤੁਹਾਡੀਆਂ ਪੀੜਾ ਕੀ ਹੈ। ਇਹ ਪਤਾ ਨਹੀਂ ਚੱਲ ਰਿਹਾ ਕਿ ਸਾਡੇ ਗੁਰੂ ਸਾਹਿਬਾਨ ਸੜਕਾਂ ਤੇ ਰੁਲਣਗੇ ਤਾਂ ਮਤਲਬ ਸਾਡੇ ਜਿਹੜੇ ਪਿੰਡ ਦੇ ਫਿਊਚਰ ਦਾ ਕੀ ਹੋਊਗਾ। ਇਹ ਗੰਦੀ ਸਰਕਾਰ ਨਾਲ ਇਸ ਹਕੂਮਤ ਨਾਲ ਮੱਥਾ ਲਾਉਣ ਵਾਸਤੇ
ਉੱਥੇ ਕਿਸਾਨ ਬੈਠੇ ਸਾਡੇ ਬਜ਼ੁਰਗਾਂ ਨੇ